चेयरमैन राजकुमार गोयल मैमोरीयल ट्रस्ट माणूके ਵੱਲੋਂ ਉਹਨਾਂ ਦੇ ਜਨਮ ਦਿਨ ਮੌਕੇ ਸ਼ਬਦ ਅਦਬ ਸਾਹਿਤ ਸਭਾ ਮਾਣੂਕੇ ਦੇ ਸਹਿਯੋਗ ਨਾਲ ਪਹਿਲਾ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮਾਸਟਰ ਹਰਬੰਸ ਸਿੰਘ ਅਖਾੜਾ ਉੱਘੇ ਸਾਹਿਤਕਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਤੇ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਹੋਏ ਸਨ, ਜਿਨ੍ਹਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਤੇ ਹਾਰਦਿਕ ਸਵਾਗਤ ਕੀਤਾ। ਟਰਸਟ ਕਮੇਟੀ ਦੇ ਪ੍ਰਧਾਨ ਸਾਬਕਾ ਸਰਪੰਚ ਸਾਧੂ ਸਿੰਘ ਸੰਧੂ, ਸ਼ਬਦ ਅਦਬ ਸਾਹਿਤ ਸਭਾ ਦੇ ਪ੍ਰਧਾਨ ਭਾਈ ਰਿਸ਼ਪਾਲ ਸਿੰਘ ਜੀ ਚੱਕਰ ਅਤੇ ਹੋਰ ਸਭ ਨੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਕਰਦਿਆਂ ਜਸਵਿੰਦਰ ਸਿੰਘ ਸ਼ਿੰਦਾ ਨੇ ਸਭ ਨੂੰ ਜੀ ਆਇਆਂ ਆਖਿਆ। ਮੈਂ ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਦੀ ਯਾਦ ਵਿੱਚ ਅੱਜ ਅਸੀਂ ਜੁੜੇ ਹਾਂ, ਮਰਹੂਮ ਉਹ ਸਰੀਰਕ ਤੌਰ ਤੇ ਭਾਵੇਂ ਸਾਡੇ ਵਿੱਚੋਂ ਚਲੇ ਗਏ ਨੇ, ਪਰ ਉਹਨਾਂ ਦੇ ਕੀਤੇ ਕੰਮ ਪਾਏ ਪੂਰ ਨੇ ਅਤੇ ਅੱਜ ਜੋ ਉਹਨਾਂ ਕਿ ਸ੍ਰੀ ਰਾਜਕੁਮਾਰ ਗੋਇਲ ਜੀ ਮਾਰਕੀਟ ਕਮੇਟੀ ਹਠੂਰ ਦੇ ਸਾਬਕਾ ਚੇਅਰਮੈਨ ਰਹੇ ਨੇ। ਉਹਨਾਂ ਦਾ ਜਨਮ ਨਾਨਕੇ ਪਿੰਡ ਸਹਿਜੜਾ ਸੰਗਰੂਰ ਦੇ ਵਿੱਚ 15 ਸਮੁੱਚੇ ਪਰਿਵਾਰ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦਿਆਂ ਇਹ ਸਮਾਗਮ ਜਨਰਲ ਸਕੱਤਰ ਜਗਰਾਜ ਸਿੰਘ ਰਾਜਾ ਜੋ ਨੇ ਸੰਬੋਧਨ ਕਰਦਿਆਂ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਸ ਮਹਾਨ ਸ਼ਖਸੀਅਤ ਦਾ ਜਨਮ ਦਿਨ ਅਸੀਂ ਮਨਾ ਰਹੇ ਹਾਂ, ਨਗਰ ਨਿਵਾਸੀ ਸਾਰੇ ਨੇੜਿਓਂ ਜਾਣਦੇ ਆ। ਉਹ ਪਿੰਡ ਦੀ ਮਹਾਨ ਸ਼ਖਸੀਅਤ ਨਹੀਂ, ਇਲਾਕੇ ਦੀ ਮਹਾਨ ਸ਼ਖਸੀਅਤ ਸੀ। ਇਹ ਜਿਹੇ ਇਨਸਾਨ ਸੰਸਾਰ ਦੇ ਵਿਰਲੇ ਪੈਦਾ ਹੁੰਦੇ ਆ। ਇਨਸਾਨ ਆਪਣੀ ਕਮਾਈ ਕਰਕੇ ਇਸ ਸੰਸਾਰ ਤੋਂ ਰੁਸਤਕ ਹੋ ਜਾਂਦਾ, ਸਭ ਨੇ ਚਲੇ ਜਾਣਾ। ਅਸਲੀ ਔਲਾਦ ਕਮਾਈ ਉਹਨਾਂ ਦੀ ਔਲਾਦ ਹੁੰਦੀ ਜਿਹੜੀ ਉਹਨਾਂ ਦਾ ਜਨਮ ਦਿਨ ਇਸ ਵਧੀਆ ਢੰਗ ਵਧੀਆ ਤਰੀਕੇ ਦੇ ਨਾਲ ਮਨਾ ਰਹੀ ਹੈ। ਨਹੀਂ ਆਪਾਂ ਕੇਕ ਕੱਟਦੇ ਹਾਂ, ਖਾ ਲੈਂਦੇ ਹਾਂ, ਪਰ ਜਿਹੜੇ ਨੌਜਵਾਨ ਬੱਚੇ ਆਏ ਆ ਜਾਂ ਕਈ ਮੇਰੇ ਨੌਜਵਾਨ ਵੀਰ ਵੀ ਬੈਠੇ ਆ, ਉਹਨਾਂ ਨੂੰ ਵੀ ਆਪਣੇ ਜੀਵਨ 'ਚ ਸੇਧ ਦਿੱਤੀ ਜਾਓ। ਚੇਅਰਮੈਨ ਸਾਹਿਬ ਨਾਲ ਸਾਡਾ ਬਹੁਤ ਨੇੜਲਾ ਪਿਆਰ ਰਿਹਾ। ਉਹਨਾਂ ਤੋਂ ਹਰੇਕ ਇਨਸਾਨ ਚਾਹੇ ਉਮਰ 'ਚ ਵੱਡਾ ਸੀ ਛੋਟਾ ਸੀ, ਉਹਨਾਂ ਨੇ ਬੜਾ ਨੇੜਿਓਂ ਸਿੱਖਿਆ। ਉਹਨਾਂ ਤੋਂ ਬੜੇ ਸਾਦਗੀ ਦੇ ਪੁੰਜ ਸਨ। ਮੈਂ ਤਾਂ ਇੱਥੋਂ ਤੱਕ ਕਹਿੰਦਾ ਵੀ ਇਹ ਤਾਂ ਮੇਰਾ ਸ਼ਾਇਦ ਵਿਸ਼ਾ ਥੋੜ੍ਹਾ ਅਲੱਗ ਤਰ੍ਹਾਂ ਦਾ ਮਹਿਸੂਸ ਹੋਊ। ਗੁਰਦੁਆਰੇ ਸੰਤ ਬਹੁਤ ਬਣੀ ਜਾਂਦੇ ਆ, ਪਰ ਇੱਕ ਇਸ ਨਗਰ ਦੇ ਇੱਕ ਸੰਤ ਦੇ ਰੂਪ ਦੇ ਵਿੱਚ ਚੇਅਰਮੈਨ ਰਾਜਕੁਮਾਰ ਗੋਇਲ ਸਾਹਿਬ ਸਨ। ਤਕਰੀਬਨ ਆਪਾਂ ਸਾਰਿਆਂ ਦੇ ਨੇੜੇ ਦੇਖਿਆ। ਉੱਥੇ ਸਾਡੇ ਬਹੁਤ ਸਤਿਕਾਰ ਅਤੇ ਸਨਮਾਨਯੋਗ ਮਾਸਟਰ ਹਰਬੰਸ ਸਿੰਘ ਜੀ ਅਖਾੜਾ ਉਹ ਆਏ ਆ। ਉਹਨਾਂ ਨੂੰ ਇੱਥੋਂ ਆਇਆ ਟਰਸਟ ਵੱਲੋਂ, ਪਰਿਵਾਰ ਵੱਲੋਂ, ਨਗਰ ਵੱਲੋਂ ਜੀ ਆਇਆ ਆਖਿਆ ਜਾਂਦਾ ਹੈ। ਉੱਥੇ ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਜੀ ਤਲਵੰਡੀ, ਉਹਨਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਤੇ ਜੀ ਆਇਆ ਆਖਿਆ ਜਾਂਦਾ। ਉੱਥੇ ਮੈਂ ਤਾਂ ਇਹੀ ਕਹਿ ਸਕਦਾ ਵੀ ਮੈਂ ਕਿਤਾਬ ਪੜ੍ਹੀ ਸੀ ਆਪਣੇ ਸਰਵਣ ਸਿੰਘ, ਪ੍ਰਿੰਸੀਪਲ ਸਰਵਣ ਸਿੰਘ ਉਹਨਾਂ ਦੀ, ਸਾਡਾ ਸੰਧੂ ਸਾਹਿਬ ਤਾਂ ਸਾਡਾ ਆਪਦਾ ਪਰਿਵਾਰ ਆ, ਸਰਹਾਲੀ ਤੁਸੀਂ ਇਕੱਠੇ ਆਏ ਆ, ਇਹ ਕੋਈ ਕੋ ਨਾ ਸਕਦਾ। ਸੰਧੂ ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਾਂਦਾ ਜੀ ਆਇਆ। ਇਸ ਉਪਰੰਤ ਉਹਨਾਂ ਦੇ ਜੀਵਨ ਦੇ ਸੰਬੰਧ ਵਿੱਚ ਜਸਵਿੰਦਰ ਸਿੰਘ ਸ਼ਿੰਦਾ ਨੇ ਇਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸਮੂਲੀਅਤ ਲਈ ਕਿਹਾ ਸੀ, ਜਾਣਕਾਰੀ ਦਿੱਤੀ। ਉਹ ਅੱਜ ਦੇ ਚੇਅਰਮੈਨ ਸ੍ਰੀ ਰਾਜਕੁਮਾਰ ਗੋਇਲ ਜੀ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਕੀਤੇ ਜਾ ਰਹੇ ਸਾਹਿਤਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ। ਸਰਦਾਰ ਹਰਬੰਸ ਸਿੰਘ ਜੀ ਅਖਾੜਾ ਕਵਿਤਾ, ਗੀਤ, ਵਾਰਤਕ ਲਿਖਦੇ ਹਨ। ਇਹਨਾਂ ਨੇ ਪਹਿਲਾ ਨਾਵਲ ਅਮਰਵੇਲ ਲਿਖਿਆ ਜੋ ਸਮਾਜਿਕ ਰਿਸ਼ਤਿਆਂ ਦੀ ਬੁਨਿਆਦ ਬਾਰੇ ਸੀ ਅਤੇ ਪਾਠਕਾਂ ਦੀ ਕਚਹਿਰੀ 'ਚ ਅਜਿਹਾ ਖਰਾ ਉਤਰਿਆ ਕਿ ਇਸ ਨਾਵਲ ਨੇ ਇਹਨਾਂ ਨੂੰ ਸਾਹਿਤ ਖੇਤਰ 'ਚ ਖੜਾ ਕਰ ਦਿੱਤਾ। ਚੇਅਰਮੈਨ ਰਾਜਕੁਮਾਰ ਗੋਇਲ ਜੀ ਦੇ ਜਨਮ ਦਿਨ ਮੌਕੇ ਚੇਅਰਮੈਨ ਰਾਜਕੁਮਾਰ ਗੋਇਲ ਮੈਮੋਰੀਅਲ ਟਰਸਟ ਮਾਣੂਕੇ ਅਤੇ ਸ਼ਬਦ ਅਦਬ ਸਾਹਿਤ ਸਭਾ ਮਾਣੂਕੇ ਦੇ ਵਿਹੜੇ ਦੀ ਰੌਣਕ ਬਣਨ ਲਈ ਵਿਸ਼ੇਸ਼ ਤੌਰ 'ਤੇ ਸਾਡੇ ਰੂਬਰੂ ਹੋਣ ਲਈ ਪੁੱਜੇ ਹਨ। ਅਸੀਂ ਉਹਨਾਂ ਦੇ ਵਿਸ਼ੇਸ਼ ਤੌਰ 'ਤੇ ਸਨਮਾਨ ਕਰਦੇ ਹਾਂ, ਆਪਣੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਦੇ ਹਾਂ।
ਹੁਣ ਮੈਂ ਬੇਨਤੀ ਕਰਨਾ ਸਾਡੀ ਪ੍ਰਬੰਧਕ ਕਮੇਟੀ ਉਹ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਟਰਸਟ ਦੀ ਕਰਨਗੇ। ਚੇਅਰਪਰਸਨ श्रीमती ਪ੍ਰੇਮਲਤਾ, ਪ੍ਰਧਾਨ ਸਾਧੂ ਸਿੰਘ ਸੰਧੂ, ਸਭਾ ਦੇ ਪ੍ਰਧਾਨ ਭਾਈ ਰਿਸ਼ਪਾਲ ਸਿੰਘ ਚੱਕਰ ਅਤੇ ਸਮੂਹ ਮੈਂਬਰਾਂ ਨੇ 18 ਇਹਨਾਂ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਮਿੰਨੀ ਕਹਾਣੀ ਸੰਗ੍ਰਹਿ 3 ਜੋ ਕੁੱਲ 36 ਕਿਤਾਬਾਂ ਪਾਠਕਾਂ ਦੀਆਂ ਝੋਲੀਆਂ ਪਾਈਆਂ। ਤਾੜੀਆਂ ਮਾਰ ਕੇ ਅਸੀਂ ਇਸ ਦਾ ਸਵਾਗਤ ਕਰੀਏ ਜੀ। ਇਸ ਤੋਂ ਇਲਾਵਾ ਪੰਜਾਬੀ ਦੇ ਹਰ ਅਖਬਾਰ ਰਸਾਲਿਆਂ 'ਚ ਲਗਾਤਾਰ ਛਪਦੇ ਆ ਰਹੇ ਹਨ। 1978 ਤੋਂ 80 ਤੱਕ ਰੇਡੀਓ ਤੇ ਵੀ ਮਹਿਮ, ਜਿਨ੍ਹਾਂ ਵਿੱਚ ਸੁਰਿੰਦਰ ਸ਼ਿੰਦਾ, ਰੰਜਨਾ, ਗੁਲਸ਼ਨ ਕੋਮਲ, ਵਿਸਾਲ ਅਖਤਰ, ਹਰਦਿਆਲ ਪ੍ਰਵਾਨਾ, ਸੁਖਵਿੰਦਰ ਪੰਛੀ, ਹਰਭਜਨ ਮਾਨ, ਬਲਬੀਰ ਮਹਲਾ, ਨਿੱਕਾ ਦਰਦੀ, ਬਲਜੀਤ ਬਾਦਸ਼ਾਹ, ਰਮੇਸ਼ ਗੁਲਾਟੀ, ਅੰਗਰੇਜ਼ ਅਲੀ, ਨਿਹਾਰਿਕਾ ਨਾਡੂ, ਹਰਮੀਤ ਕੌਰ, ਮਨਿੰਦਰ ਸ਼ਿੰਦਾ, ਸੋਨੂ, ਸਤਪਾਲ ਸੋਹਤਾ, ਜੀਤੀ ਸਦਮਾ, ਰੇਖਾ ਦਿਓਲ, ਪ੍ਰਤਾਪ ਰਾਣਾ, ਦੇਵਕੀ ਨੰਦਨ, ਰਣਜੀਤ ਮਣੀ, ਸੁਰਜੀਤ। ਸਾਹਿਤਕ ਸਨਮਾਨਾਂ ਦੇ ਸਮੁੰਦਰ 'ਚ ਡੁਬਕੀਆਂ ਲਾਉਂਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਵੀਰ ਸਿੰਘ ਤਲਵੰਡੀ ਜੀ ਅੱਜ ਸਾਡੇ ਵਿਚਕਾਰ ਕਿਸੇ ਸਨਮਾਨ ਦੇ ਮੁਤਾਜ ਬਣ ਕੇ ਨਹੀਂ ਪਹੁੰਚੇ, ਸਗੋਂ ਆਪਣਾਤ ਦੇ ਮੋਹ 'ਚ ਭਿੱਜੇ ਸਾਨੂੰ ਹੱਲਾਸ਼ੇਰੀ ਦੇਣ ਲਈ ਵਿਸ਼ੇਸ਼ ਤੌਰ ਤੇ ਸਾਡੇ ਵਿਹੜੇ ਪੁੱਜੇ ਹਨ। ਅਸੀਂ ਇਹਨਾਂ ਦਾ ਨਹੀਂ, ਸਗੋਂ ਇਹਨਾਂ ਦੀ ਆਮਦ ਨਾਲ ਆਪਣੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਦੇ ਹਨ। ਥੈਂਕ ਯੂ ਸਰ। ਤੋਂ ਇਲਾਵਾ ਪੰਜਾਬੀ ਅਖਬਾਰਾਂ 'ਚ ਵੀ ਛਪਦੇ ਆ ਰਹੇ ਹਨ। ਐਨਆਰਏ ਵੀਰਾਂ ਵੱਲੋਂ ਪਿੰਡ ਵਿੱਚ ਕੀਤੇ ਵਿਕਾਸ ਕਾਰਜਾਂ ਵਿੱਚ ਇਹਨਾਂ ਦੀ ਭੂਮਿਕਾ ਅਹਿਮ ਰਹੀ। ਸਮਾਜਿਕ ਕੰਮਾਂ 'ਚ ਹਮੇਸ਼ਾ ਦਿਲਚਸਪੀ ਰਹਿੰਦੇ ਹਨ। ਇੱਕ ਚੰਗੇ ਸਮਾਜ ਦੀ ਉਸਾਰੀ ਲਈ ਚਿੰਤਤ ਰਹਿੰਦੇ ਹਨ। ਲੋੜਵੰਦ ਵਿਦਿਆਰਥੀ ਬੱਚਿਆਂ ਨੂੰ ਆਪਣੇ ਕਾਲਜ 'ਚ ਪੜ੍ਹਾਈ ਕਰਵਾਉਂਦਿਆਂ ਉਹਨਾਂ ਦੀ ਹਰ ਪ੍ਰਕਾਰ ਮਦਦ ਕਰਦੇ ਰਹਿੰਦੇ ਹਨ। ਇਲਾਕੇ ਦੇ ਅਜਿਹੇ ਗੁਣੀ ਇਨਸਾਨ ਦਾ ਅੱਜ ਸਾਡੇ ਇਹਨਾਂ ਸਮਾਗਮਾਂ ਦਾ ਹਿੱਸਾ ਬਣਨਾ ਸਾਡੇ ਲਈ ਅਹਿਮ ਗੱਲ ਹੈ। ਇਹਨਾਂ ਦਾ ਸਨਮਾਨ ਕਰਨਾ ਅਸੀਂ ਸਾਡੇ ਲਈ ਬੇहद ਸ਼ੁਭ ਕਾਰਜ ਹੈ। ਕਿਰਪਾ ਕਰਕੇ ਆ ਜਾਓ। ਪਾਠਕਾਂ ਦੇ ਰੂਬਰੂ ਹੁੰਦਿਆਂ ਸਾਹਿਤਕਾਰ ਮਾਸਟਰ ਹਰਬੰਸ ਸਿੰਘ ਅਖਾੜਾ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ ਜਿਸ ਨੂੰ ਵਾਚ ਕੇ ਇਨਸਾਨ ਮਹਾਨ ਬਣ ਸਕਦਾ ਹੈ। ਅਤੀ ਸਤਿਕਾਰਯੋਗ ਸਰਦਾਰ ਰਿਸ਼ਪਾਲ ਸਿੰਘ ਜੀ ਜੋ ਪ੍ਰਧਾਨ ਨੇ ਸਾਹਿਤ ਸਭਾ ਦੇ ਅਤੇ ਚੇਅਰਮੈਨ ਰਾਜਕੁਮਾਰ ਗੋਇਲ ਦੇ ਪ੍ਰਬੰਧਕ, ਉਹਨਾਂ ਦਾ ਪਰਿਵਾਰ, ਸਰਦਾਰ ਬਲਵੰਤ ਸਿੰਘ ਜੀ ਪ੍ਰੋਫੈਸਰ ਪ੍ਰਿੰਸੀਪਲ ਸਾਹਿਬ ਤੇ ਸਾਰੇ ਪੰਜਾਬ ਦੀ ਜਾਣਿਆ ਪਛਾਣਿਆ ਨਾਂ ਸਰਦਾਰ ਮਜੀਦ ਸਿੰਘ ਜੀ ਤਲਵੰਡੀ ਤੇ ਬਾਕੀ ਜਿੰਨੇ ਵੀ ਆਏ ਹੋ ਪਤਵੰਤ ਤੇ ਸੱਜਣੋਂ, ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸ਼ਿੰਦੇ ਨੇ ਤਾਂ ਮੈਂ ਜਦੋਂ ਗੱਲ ਕੀਤੀ ਇਹਨਾਂ ਨਾਲ ਵੀ ਤੁਸੀਂ ਕਿਸੇ ਬੜੇ ਵਿਦਵਾਨ ਲੇਖਕ ਨੂੰ ਸੱਦ ਕੇ ਉਹਦੇ ਨਾਲ ਰੂਬਰੂ ਕਰਾ ਲੈਂਦੇ, ਵੀ ਮੈਂ ਤਾਂ ਐਡਾ ਵੱਡਾ ਕੋਈ ਲੇਖਕ ਨਹੀਂ ਹਾਂ। ਇਹ ਕਹਿੰਦੇ ਨਹੀਂ ਜੀ, ਸਾਡਾ ਫੈਸਲਾ ਹੋਇਆ ਅਸੀਂ ਤੁਹਾਡੇ ਨਾਲ ਹੀ ਰੂਬਰੂ ਕਰਨੀ ਆ। ਸੋ ਮੈਂ 7 ਕਿਤਾਬਾਂ ਲਿਖੀਆਂ ਹੁਣ ਤੱਕ ਤੇ ਉਹ ਕਈ ਵਾਰ ਗੱਲ ਇਉਂ ਹੁੰਦੀ ਆ ਵੀ ਬੰਦੇ ਅਣਗੌਲੇ ਰਹਿ ਜਾਂਦੇ ਆ। ਮੈਂ ਰਾਜਕੁਮਾਰ ਗੋਇਲ ਜੋ ਸੰਸਥਾ ਬਣੀ ਆ ਮੈਮੋਰੀਅਲ, ਉਹਨਾਂ ਦਾ ਤੇ ਤੁਹਾਡਾ ਸ਼ਬਦ ਜਿਹੜੀ ਸੰਸਥਾ ਬਣੀ ਆ ਉਹਨਾਂ ਦਾ ਬੜਾ ਧੰਨਵਾਦੀ ਆ ਵੀ ਉਹਨਾਂ ਨੇ ਇੱਕ ਮੇਰੇ ਵਰਗੇ ਛੋਟੇ ਜਿਹੇ ਲੇਖਕ ਨੂੰ ਇੱਥੇ ਸੱਦ ਕੇ ਨਿਵਾਜਿਆ ਹੈ। ਅਸੀਂ ਕੀ ਕਰਦੇ ਹੁੰਦੇ, ਆਮ ਬੰਦੇ ਇਕੱਠੇ ਹੋ ਜਾਂਦੇ ਆ ਜਿਹੜੇ ਲਿਖਦੇ ਆ, ਕਵਿਤਾਵਾਂ ਸੁਣਾ ਲਈਆਂ, ਆਪਸ ਵਿੱਚ ਗੱਲਾਂ ਕਰ ਲਈਆਂ, ਚਾਹ ਪਾਣੀ ਪੀ ਲਿਆ ਤੇ ਚਲੇ ਗਏ। ਇਹ ਇੱਕ ਬੜੀ ਵਧੀਆ ਗੱਲ ਆ ਜਿਹੜੇ ਬੱਚੇ ਸੱਦੇ ਅੱਜ ਇੱਥੇ। ਕਿਸੇ ਵੇਲੇ ਮੈਂ ਵੀ ਪੜ੍ਹਦਾ ਰਿਹਾ ਪ੍ਰਾਇਮਰੀ ਸਕੂਲ ਦੇ ਵਿੱਚ, ਹਾਈ 'ਚ ਪੜ੍ਹਿਆ, ਟ੍ਰੇਨਿੰਗ ਕੀਤੀ। ਇਸ ਮੌਕੇ ਬੱਚਿਆਂ ਨੂੰ ਇਸ ਪਾਸੇ ਮਾਸਟਰ ਹਰਬੰਸ ਅਖਾੜਾ ਨੇ ਆਪਣੀ ਕਵਿਤਾ ਵੀ ਬੋਲੀ। ਇਹਨਾਂ ਨੂੰ ਛੋਟੀ ਉਮਰ ਤੋਂ ਇਸ ਪਾਸੇ ਲਾਇਆ ਜਾਵੇ, ਖਾਸ ਕਰਕੇ ਸੁਣਨ ਵਾਲੀ ਆ ਸਾਰਿਆਂ ਦੇ ਬੱਚਿਆਂ ਦੀ ਵੀ। ਕਿਹਨੂੰ ਹਾਲ ਸੁਣਾਵਾਂ ਹੁਣ ਤਾਂ ਡਰ ਲੱਗਦਾ, ਫਿਰਦੇ ਢੱਠੇ ਗਾਵਾਂ ਹੁਣ ਤਾਂ ਡਰ ਲੱਗਦਾ, ਵੀ ਸੜਕਾਂ ਦਾ ਸਿਰਨਾਵਾ ਗੁੰਮਿਆ, ਕਿੰਜ ਸ਼ਹਿਰ ਨੂੰ ਆਵਾਂ ਹੁਣ ਤਾਂ ਡਰ ਲੱਗਦਾ। ਰੌਸ਼ਨੀਆਂ ਦਾ ਨਗਰ ਸੀ ਜਿਹੜਾ, ਜਗਰਾਉਂ ਸ਼ਹਿਰ, ਰੌਸ਼ਨੀਆਂ ਦਾ ਨਗਰ ਸੀ ਜਿਹੜਾ, ਘੇਰ ਲਿਆ ਘਟਨਾਵਾਂ ਹੁਣ ਤਾਂ ਡਰ ਲੱਗਦਾ। ਮਾਲੀ ਮੋਢੇ ਆਰਾ ਧਰਿਆ, ਮਾਲੀ ਮੋਢੇ ਆਰਾ ਧਰਿਆ, ਕਿੰਜ ਬਚਣਗੀਆਂ ਸ਼ਾਮਾਂ ਹੁਣ ਤਾਂ ਡਰ ਲੱਗਦਾ। ਉਹ ਪਹਿਰੇਦਾਰ ਹੀ ਬਣੇ ਲਟੇਰੇ,
ਪਹਿਰੇਦਾਰ ਹੀ ਬਣੇ ਲਟੇਰੇ, ਕਿੰਜ ਬਾੜ ਤੋਂ ਖੇਤ ਬਚਾਵਾਂ। ਹੁਣ ਤਾਂ ਡਰ ਲੱਗਦਾ ਹੈ ਵੀ ਕੁਰਸੀ ਕੂੜ ਕੁਫਰ ਨਿਤ ਤੋਲੇ। ਬੜੇ ਐਲਾਨ ਹੋਈ ਜਾਂਦੇ ਹੁਣ ਵੀ, ਕੁਰਸੀ ਕੂੜ ਕੁਫਰ ਨਿਤ ਤੋਲੇ, ਕਰਦੀ ਨਾਵਾ ਨਾਵਾ। ਹੁਣ ਤਾਂ ਡਰ ਲੱਗਦਾ ਹੈ ਵੀ ਚੂੜੇ ਗਲ ਲੱਗ ਮਹਿੰਦੀ ਰੋਵੇ, ਚੂੜੇ ਗਲ ਲੱਗ ਮਹਿੰਦੀ ਰੋਵੇ, ਚੋਰੀ ਹੋਈਆਂ ਲਾਵਾਂ। ਹੁਣ ਤਾਂ ਡਰ ਲੱਗਦਾ, ਭੱਜ ਜਾਂਦੇ ਆ ਵਿਆਹ ਕਰਾ ਕੇ, ਆਪ ਉਧਰ ਨੂੰ ਮੁੜ ਕੇ ਬੁਲਾਉਂਦਾ ਕੋਈ ਨਹੀਂ। ਚੂੜੇ ਗਲ ਲੱਗ ਮਹਿੰਦੀ ਰੋਵੇ, ਚੋਰੀ ਹੋਈਆਂ ਲਾਵਾਂ। ਹੁਣ ਤਾਂ ਡਰ ਲੱਗਦਾ ਹੈ ਹਰ ਚੌਂਕ ਵਿੱਚ ਕੂਕਰ ਢਾਣੀ, ਹਰ ਚੌਂਕ ਵਿੱਚ ਕੂਕਰ ਢਾਣੀ, ਪੱਲੂ ਕਿਵੇਂ ਬਚਾਵਾਂ। ਹੁਣ ਤਾਂ ਡਰ ਲੱਗਦਾ ਹੈ। ਅਗਲਾ ਕਾਬਲੇ ਗੌਰ ਹੈ ਜੀ ਸ਼ਿੰਦਾ ਜੀ, ਵੀ ਕੁੱਖ ਸਕੂਲ ਨਾ ਸੜਕ ਸੁਰੱਖਿਅਤ। ਮਾਰ ਦਿੰਦੇ ਆ ਕੁੱਖਾਂ 'ਚ ਕੁੜੀਆਂ ਨੂੰ। ਕੁੱਖ ਸਕੂਲ ਨਾ ਸੜਕ ਸੁਰੱਖਿਅਤ, ਮਾਏ ਕਿੱਧਰ ਨੂੰ ਜਾਵਾਂ। ਹੁਣ ਤਾਂ ਡਰ ਲੱਗਦਾ, ਕੁੱਖ ਸਕੂਲ ਨਾ ਸੜਕ ਸੁਰੱਖਿਅਤ, ਮਾਏ ਕਿੱਧਰ ਨੂੰ ਜਾਵਾਂ। ਹੁਣ ਤਾਂ ਡਰ ਲੱਗਦਾ ਹੈ। ਫਿਰ ਰਾਂਭਾ ਰੱਬ ਨੂੰ ਵੀ ਭੁੱਖੇ ਢਿੱਡ ਨਾ ਮਾਲਾ ਫਿਰਦੀ, ਭੁੱਖੇ ਢਿੱਡ ਨਾ ਮਾਲਾ ਫਿਰਦੀ, ਆਹ ਲੈ ਸਾਂਭ ਖੜਾਵਾਂ। ਹੁਣ ਤਾਂ ਡਰ ਲੱਗਦਾ ਹੈ ਵੀ ਰਹਿਬਰ ਤੋਂ ਵੀ ਮਿਲੇ ਨਾ ਰਹਿਮਤ। ਜਿਹੜੇ ਸਾਡੇ ਪਖੰਡੀ ਬਣੇ ਫਿਰਦੇ ਨੇ ਵੀ ਰਹਿਬਰ ਤੋਂ ਵੀ ਮਿਲੇ ਨਾ ਰਹਿਮਤ, ਕਿਹਦੀ ਸੇਵ ਕਮਾਵਾਂ। ਹੁਣ ਤਾਂ ਡਰ ਲੱਗਦਾ ਹੈ। ਅਗਲਾ ਕਾਬਲੇ ਗੌਰ ਹੈ ਜੀ, ਮੰਦਰ ਮਸਜਿਦ ਮਿਹਣੋ ਮਿਹਣੀ, ਮੰਦਰ ਮਸਜਿਦ ਮਿਹਣੋ ਮਿਹਣੀ, ਮੰਦਰ ਮਸਜਿਦ ਮਿਹਣੋ ਮਿਹਣੀ। ਗੁਰਦੁਆਰੇ 'ਚ ਜਾਵਾਂ ਡਰ ਲੱਗਦਾ, ਗੁਰਦੁਆਰਿਆਂ 'ਚ ਵੀ ਬਹੁਤ ਕੁਛ ਹੋਈ ਜਾਂਦਾ। ਮੰਦਰ ਮਸਜਿਦ ਮਿਹਣੋ ਮਿਹਣੀ, ਗੁਰਦੁਆਰੇ 'ਚ ਜਾਵਾਂ। ਹੁਣ ਤਾਂ ਡਰ ਲੱਗਦਾ ਹੈ। ਹੁਣ ਅਗਲਾ ਹੈਗਾ ਵੀ ਉਸ ਸੁਰਗ ਤੋਂ ਲੈਣਾ ਕੀ ਜੋ ਕਲਪਤ ਹੈ। ਸੁਣਦੇ ਹੀ ਆਪਾਂ, ਦੇਖਿਆ ਤਾਂ ਕਿਸੇ ਨੇ ਨਹੀਂ। ਉਸ ਸੁਰਗ ਤੋਂ ਲੈਣਾ ਕੀ ਜੋ ਕਲਪਤ ਹੈ, ਮੈਂ ਦੁਨੀਆ ਸੁਰਗ ਬਣਾਵਾਂ। ਹੁਣ ਤਾਂ ਡਰ ਲੱਗਦਾ ਹੈ। ਹੁਣ ਹੈਗੀ ਵੀ ਤਮੰਨਾ ਕੀ ਆ, ਜਿੱਥੇ ਤੱਕ ਮੇਰੇ ਵਰਗੇ ਦੀ ਉਮਰ ਪਹੁੰਚ ਜਾਂਦੀ ਆ, ਵੀ ਕੰਨੋਂ ਸੁਣੇ ਨਾ ਅੱਖੋਂ ਦੀਂਦਾ, ਕੰਨੋਂ ਸੁਣੇ ਨਾ ਅੱਖੋਂ ਦੀਂਦਾ, ਇਹ ਨਾ ਉਹ ਹੰਡਾਵਾਂ। ਹੁਣ ਤਾਂ ਡਰ ਲੱਗਦਾ। ਬਾਣੀ 'ਚ ਵੀ ਲਿਖਿਆ ਹੋਇਆ ਨਾ, ਬਾਣੀ 'ਚ ਲਿਖਿਆ ਗੱਲ ਆਸਾ ਦੀ ਬਾਤ ਵੀ ਬਹੁਤ ਕੁਛ ਹੈ। ਗਾਹਾਂ ਵੀ ਆਉਂਦਾ ਹੈਗਾ, ਜਦੋਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਹੁਣ ਫਲਾਣਾ ਬੁੜਾ ਹੋ ਗਿਆ, ਉਹ ਲਿਖਿਆ ਵੀ ਥਾਕੇ ਨੈਣ ਸਰਬਣ ਹੁਣ ਥਾਕੇ, ਥਾਕੇ ਨੈਣ ਸਰਬਣ ਹੁਣ ਥਾਕੇ। ਬਾਣੀ ਵਿੱਚ ਆਉਂਦਾ ਵੀ ਕੰਨਾਂ ਤੋਂ ਸੁਣਦਾ ਨਹੀਂ, ਅੱਖਾਂ ਤੋਂ ਦੀਂਦਾ ਨਹੀਂ। ਮੇਰੇ ਅੱਗੇ ਨੂੰ ਕਈ ਸੁਣਨ ਨੂੰ ਉੱਚਾ ਲੱਗ ਜਾਂਦਾ। ਉਹਨੂੰ ਮੁਖਾਤਬ ਕਰਕੇ ਮੈਂ ਲਿਖਿਆ ਬਈ ਕੰਨੋਂ ਸੁਣੇ ਨਾ ਅੱਖੋਂ ਦੀਂਦਾ, ਇਹ ਨਾ ਔਧ ਹੰਡਾਵਾਂ। ਹੁਣ ਤਾਂ ਡਰ ਲੱਗਦਾ ਹੈ ਵੀ ਨਾ ਕੋਈ, ਹੁਣ ਤਮੰਨਾ ਕੀ ਆ, ਨਾ ਕੋਈ ਅਰਥੀ ਕਫਨ ਹੋਵੇ, ਨਾ ਕੋਈ ਅਰਥੀ ਕਫਨ ਹੋਵੇ, ਚੁੱਪਚਾਪ ਤੁਰ ਜਾਵਾਂ। ਹੁਣ ਤਾਂ ਡਰ ਲੱਗਦਾ। ਨਾ ਕੋਈ ਅਰਥੀ ਕਫਨ ਹੋਵੇ, ਚੁੱਪਚਾਪ ਤੁਰ ਜਾਵਾਂ। ਹੁਣ ਤਾਂ ਡਰ ਲੱਗਦਾ। ਆਖਰੀ ਹੈ ਜੀ ਵੀ ਸੱਜਣ ਮਿਲੇ ਅਖਾੜੇ ਵਰਗਾ, ਸੱਜਣ ਮਿਲੇ ਅਖਾੜੇ ਵਰਗਾ, ਉਹਨੂੰ ਹਾਲ ਸੁਣਾਵਾਂ। ਹੁਣ ਤਾਂ ਡਰ ਲੱਗਦਾ। ਸੱਜਣ ਮਿਲੇ ਅਖਾੜੇ ਵਰਗਾ, ਉਹਨੂੰ ਹਾਲ ਸੁਣਾਵਾਂ। ਹੁਣ ਤਾਂ ਡਰ ਲੱਗਦਾ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਵਿਚਕਾਰ ਪੱਤਰਕਾਰ ਕੌਸ਼ਲ ਮੱਲਾ ਜੀ, ਸਾਡੇ ਸਾਹਿਤਕਾਰ ਡਾਇਰੈਕਟਰ ਕੁਲਦੀਪ ਲੋਹਟ ਜੀ, ਸ਼ਾਇਰ ਰੋਮੀ ਰਾਜ, ਗਾਇਕ ਮਨੀ ਹਠੂਰ ਔਰ ਸਾਡੇ ਪਰਿਵਾਰਕ ਮੈਂਬਰ ਬਲਾਕ ਸਮਤੀ ਦੇ ਸਾਬਕਾ ਮੈਂਬਰ ਓਮ ਪ੍ਰਕਾਸ਼ ਗੋਇਲ ਜੀ, ਸੋਮਨਾਥ ਗੋਇਲ ਆਰਤੀ ਜੀ, ਅਮਿਤ ਗੋਇਲ ਜੀ ਅਤੇ ਹਰਪ੍ਰੀਤ ਅਖਾੜਾ ਜੀ ਸਾਡੇ ਵਿਚਕਾਰ ਪਹੁੰਚੇ ਨੇ। ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦੇ ਹਾਂ। ਮੈਂ ਬੇਨਤੀ ਕਰਾਂ, ਥੋੜਾ ਜਿਹਾ ਮਾਹੌਲ ਨੂੰ ਬਦਲਦੇ ਹਾਂ। ਮਨੀ ਹਠੂਰ ਨੂੰ ਬੇਨਤੀ ਕਰਦਾ ਉਹ ਮੰਚ ਤੇ ਆਉਣ। ਸੁਸ਼ਿੰਦਰ ਭਾਜੀ ਮੈਨੂੰ ਬੜਾ ਪਿਆਰ ਕਰਦੇ ਨੇ, ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਫੋਨ ਕਰਕੇ ਬੁਲਾ ਲੈਂਦੇ ਨੇ, ਇੱਦਾਂ ਦੀਆਂ ਹਸਤੀਆਂ ਦੇ ਵਿੱਚ ਖੜਾ ਕਰਦੇ ਨੇ। ਇਹਨਾਂ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ ਜੀ। ਸ਼ੁੱਧ ਦਾਤਿਆ ਕਰੀਦੇ, ਸ਼ੁੱਧ ਦਾਤਿਆ, ਸ਼ੁੱਧ ਦਾਤਿਆ ਕਰੀਦੇ, ਸ਼ੁੱਧ ਦਾਤਿਆ। ਅੱਖਰ ਨਾ ਕਿਸੇ ਨੂੰ, ਅੱਖਰ ਨਾ ਕਿਸੇ ਨੂੰ ਜਾਣ ਚੁੱਪ ਦਾਤਿਆ, ਸ਼ੁੱਧ ਦਾਤਿਆ ਕਰੀਦੇ, ਸ਼ੁੱਧ ਦਾਤਿਆ।
ਦਾਤਿਆ ਸ਼ੁੱਧ ਦਾਤਿਆ ਕਰੀ ਦੇ ਸ਼ੁੱਧ ਦਾਤਿਆ ਹੋਵੇ ਨਾ ਕੋਈ ਦੂਰ ਕਦੇ ਵੀ ਕੋਈ ਪਿਆਰਾ ਜੀ ਸੋਹਣਾ ਲੱਗੇ ਅੱਖ ਮੇਰੀ ਨੂੰ ਇਹ ਜਗ ਸਾਰਾ ਜੀ ਹੋਵੇ ਨਾ ਕੋਈ ਦੂਰ ਕਦੇ ਵੀ ਕੋਈ ਪਿਆਰਾ ਜੀ ਸੋਹਣਾ ਲੱਗੇ ਅੱਖ ਮੇਰੀ ਨੂੰ ਇਹ ਜਗ ਸਾਰਾ ਜੀ ਦਿਲਾਂ ਵਿੱਚ ਜਾਵੇ ਸੱਚ ਦਿਲਾਂ ਵਿੱਚ ਜਾਵੇ ਸੱਚ ਚੁੱਪ ਦਾਤਿਆ ਸ਼ੁੱਧ ਦਾਤਿਆ ਕਰੀ ਦੇ ਸ਼ੁੱਧ ਦਾਤਿਆ ਸ਼ੁੱਧ ਦਾਤਿਆ ਕਰੀ ਦੇ ਸ਼ੁੱਧ ਦਾਤਿਆ ਕਰਨ ਲੱਗਾ ਮੈਂ ਕੰਮ ਬੁਰੇ ਫੜ ਹੱਥ ਛੁੜਾ ਲੈਣਾ ਕਰਨ ਲੱਗਾ ਮੈਂ ਕੰਮ ਬੁਰੇ ਫੜ ਹੱਥ ਵਿਚਾ ਦੇਣਾ ਆਪਣੀ ਸੰਗਤ ਦੇਖ ਕੇ ਬਹਿਣਾ ਸਭ ਸਿਖਾ ਦੇਣਾ ਕਰਨ ਲੱਗਾ ਮੈਂ ਕੰਮ ਬੁਰੇ ਫੜ ਹੱਥ ਵਿਚਾ ਦੇਣਾ ਆਪਣੀ ਸੰਗਤ ਦੇ ਵਿੱਚ ਬਹਿਣਾ ਸਭ ਸਿਖਾ ਦੇਣਾ ਬਿਨਾਂ ਆਸਰੇ ਨਾ ਜਾਵਾਂ ਬਿਨਾਂ ਆਸਰੇ ਨਾ ਜਾਵਾਂ ਡੁੱਬ ਦਾਤਿਆ ਸ਼ੁੱਧ ਦਾਤਿਆ ਕਰੀ ਦੇ ਸ਼ੁੱਧ ਦਾਤਿਆ ਸ਼ੁੱਧ ਦਾਤਿਆ ਕਰੀ ਦੇ ਸ਼ੁੱਧ ਦਾਤਿਆ ਸਿਮਰਨ ਨਾਲੇ ਸੇਵਾ ਵਾਲਾ ਭਾਵ ਬਣਾ ਦੇਣਾ ਸਿਮਰਨ ਨਾਲੇ ਸੇਵਾ ਵਾਲਾ ਭਾਵ ਬਣਾ ਦੇਣਾ ਨਾਮ ਜਪੇ ਜੋ ਜੱਸੀ ਤੇਰਾ ਕੁਫਰ ਛਡਾ ਦੇਣਾ ਹਾਂ ਸਿਮਰਨ ਨਾਲੇ ਸੇਵਾ ਵਾਲਾ ਭਾਵ ਬਣਾ ਦੇਣਾ ਨਾਮ ਜਪੇ ਜੋ ਜੱਸੀ ਤੇਰਾ ਕੁਫਰ ਛਡਾ ਦੇਣਾ ਪੈਦਾ ਕਰੀ ਮੇਰੇ ਦਿਲ ਪੈਦਾ ਕਰੀ ਮੇਰੇ ਦਿਲ ਹੁੱਬ ਦਾਤਿਆ ਸ਼ੁੱਧ ਦਾਤਿਆ ਕਰੀ ਦੇ ਸ਼ੁੱਧ ਦਾਤਿਆ ਸ਼ੁੱਧ ਦਾਤਿਆ ਕਰੀ ਦੇ ਸ਼ੁੱਧ ਦਾਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸਣਾ ਚਾਹੁੰਦਾ ਕਿ ਅੱਜ ਸਾਡੇ ਵਿਚਕਾਰ ਜੋ ਸਿਲਾਈ ਸੈਂਟਰ ਦੀਆਂ ਸਿਖਲਾਈ ਪ੍ਰਾਪਤ ਲੜਕੀਆਂ ਸਾਡੇ ਵਿਚਕਾਰ ਬੈਠੀਆਂ ਨੇ ਉਹਨਾਂ ਨੂੰ ਵੀ ਸਰਟੀਫਿਕੇਟ ਦਿੱਤੇ ਜਾਣੇ ਸਾਡੇ ਮਹਿਮਾਨਾਂ ਵੱਲੋਂ। ਇਸ ਦੇ ਨਾਲ ਹੀ ਸਾਡੇ ਬੱਚੇ ਜੋ ਬੱਚੇ ਪਹੁੰਚੇ ਨੇ ਉਹਨਾਂ ਨੂੰ ਕਾਪੀਆਂ ਤੇ ਪੈਨ ਵੀ ਦਿੱਤੇ ਜਾਣੇ ਹਨ। ਸੋ ਹੁਣ ਮੈਂ ਬੇਨਤੀ ਕਰਾਂ ਸਾਡੇ ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਬਿੱਟੂ ਉਹ ਦੋ ਸ਼ਬਦਾਂ ਦੀ ਸਾਂਝ ਪਾਉਣ। ਉਸ ਤੋਂ ਬਾਅਦ ਸਾਡੀ ਪਿਆਰੀ ਬੱਚੀ ਅੰਕਰਤ ਗੋਇਲ ਉਹ ਕੁਝ ਆਪਣੇ ਦਿਲ ਦੇ ਬਲਬਲੇ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੀ ਹੈ। ਬਿੱਟੂ ਜੀ। ਅੱਜ ਸਾਡੇ ਚੇਅਰਮੈਨ ਸਾਹਿਬ ਰਾਜ ਕੁਮਾਰ ਗੋਇਲ ਜੀ ਦੇ ਜਨਮ ਦਿਨ ਤੇ ਇਕੱਤਰ ਹੋਏ ਪਿਆਰੇ ਬੱਚਿਓ, ਨਗਰ ਨਿਵਾਸੀਓ ਅਤੇ ਸਾਡੇ ਪੱਤਰਕਾਰ ਭਾਈਚਾਰਾ, ਜਿੱਥੇ ਅੱਜ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਹੀ ਹੈ ਵੀ ਕਈ ਵਾਰ ਸਾਡੇ ਆਪਾਂ ਆਮ ਸੋਚਦੇ ਹਾਂ ਕਿਤੇ ਕੋਈ ਲੋਕ ਗੀਤ ਜਾਂ ਆਪਾਂ ਵੈਸੇ ਹੀ ਘਰੇ ਕੋਈ ਮਨ ਕਰਦੇ ਹਾਂ ਕੋਈ ਗੀਤ ਸੋਹਿਕ ਸਿੰਘ ਜੀ ਤਲਵੰਡੀ ਅਤੇ ਪ੍ਰਿੰਸੀਪਲ ਬਲਵੰਤ ਸਿੰਘ ਜੀ ਸੰਧੂ, ਉਹਨਾਂ ਨੂੰ ਅਸੀਂ
ਸਾਰੇ ਨਗਰ ਕਨੀਓ ਜੀ ਆਇਆਂ ਆਖਦੇ ਆ। ਆਪਣੇ ਸਾਡੇ ਮਾਸਟਰ ਜੀ ਸਰਦਾਰ ਹਰਬੰਸ ਸਿੰਘ ਜੀ, ਉਹ ਤਾਂ ਸਾਡੇ ਪਿੰਡ ਨਾਲ ਵੈਸੇ ਬਹੁਤ ਪਿਆਰ ਆ ਉਹਨਾਂ ਦਾ, ਠੀਕ ਆ। ਉਹਨਾਂ ਨੂੰ ਅਸੀਂ ਇਹੀ ਸਮਝਦੇ ਆ ਵੀ ਉਹ ਸਾਡੇ ਪਿੰਡ ਨਾਲ ਵੀ ਉਹਨਾਂ ਦਾ ਇੱਕ ਆਪਣੇ ਪਿੰਡ ਵਰਗਾ ਹੀ ਰਿਸ਼ਤਾ। ਮੇਰੇ ਵੱਲੋਂ ਸਾਰੇ ਜਿੰਨੇ ਵੀ ਬਾਹਰੋਂ ਆਏ ਪਦਵੰਤੇ ਸੱਜਣ, ਸਾਡੇ ਹੋਰ ਪੱਤਰਕਾਰ ਕੌਸ਼ਲ ਸਾਹਿਬ ਜੀ, ਸ਼ੀਨਾ ਸਾਹਿਬ ਬੈਠੇ ਆ, ਠੀਕ ਆ, ਸਪਾਈ ਰਿਸ਼ਪਾਲ ਜੀ ਹੁਣੀ ਬੈਠੇ ਨੇ ਜੀ, ਹੋਰ ਜਿੰਨੇ ਵੀ ਟੀਚਰ ਸਾਹਿਬਾਨ, ਸਪੈਸ਼ਲੀ ਧੰਨਵਾਦ ਜਿਹੜਾ ਸਾਡਾ ਉਹ ਸਾਡੇ ਵੀਰ ਜਸਵਿੰਦਰ ਸ਼ਿੰਦਾ ਜੀ ਨੂੰ ਜਾਂਦਾ, ਜੋ ਵੀ ਇਹਦਾ ਵੱਡਾ ਉਹਨਾਂ ਦਾ ਜਿੱਦਾਂ ਉਪਰਾਲਾ ਉਹਨਾਂ ਵਾਸਤੇ, ਕਿਉਂਕਿ ਅੱਜ ਜਿਹੜੇ ਸਪੈਸ਼ਲੀ ਬੱਚਿਆਂ ਵਾਸਤੇ ਸਾਡੇ ਬਲਵੰਤ ਸਿੰਘ ਜੀ ਅਤੇ ਅਮਰੀਕ ਸਿੰਘ ਜੀ ਤਲਵੰਡੀ ਜੀ, ਆਪਣੇ ਸਾਡੇ ਬਲਵੰਤ ਸਿੰਘ ਸੰਧੂ ਜੀ, ਹਰਬੰਸ ਸਿੰਘ ਜੀ ਖਾੜਾ, ਅੱਜ ਇਹਨਾਂ ਨੂੰ ਸੁਣ ਕੇ ਜੋ ਵੀ ਇਸ ਬੱਚਿਆਂ ਤੇ ਆਉਣ ਵਾਲੀ ਪੀੜ੍ਹੀ ਦੇ ਉੱਤੇ ਇਹ ਚੀਜ਼ ਦਾ ਪ੍ਰਭਾਵ, ਕਿਉਂਕਿ ਅਸੀਂ ਬਹੁਤ ਟਾਈਮ ਤੋਂ ਵੀ ਕਾਫੀ ਟਾਈਮ ਤੋਂ ਇਹ ਸੋਚਦੇ ਹੁੰਦੇ ਸੀ ਵੀ ਅਸੀਂ ਅਮਰੀਕ ਸਿੰਘ ਤਲਵੰਡੀ ਜੀ ਦੇ ਦਰਸ਼ਨ ਕਰਾਂਗੇ। ਅੱਜ ਅਸੀਂ ਬਹੁਤ ਹੀ ਭਾਗਾਂ ਵਾਲੇ ਆ, ਬਹੁਤ ਲੱਕੀ ਆ ਜੋ ਅੱਜ ਸਾਡੇ ਵਿਚਕਾਰ ਆ ਕੇ ਬੈਠੇ ਨੇ। ਮੇਰੇ ਵੱਲੋਂ, ਨਗਰ ਨਿਵਾਸੀਆਂ ਵੱਲੋਂ, ਗ੍ਰਾਮ ਪੰਚਾਇਤ ਵੱਲੋਂ ਤੇ ਸਾਡੀ ਕਮੇਟੀ ਵੱਲੋਂ ਸਾਡੇ ਬਾਹਰੋਂ ਆਏ ਪਦਵੰਤੇ ਸੱਜਣਾਂ ਦਾ ਕੋਟਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਸਾਡੇ ਰੂਬਰੂ ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਹੋਣ, ਉਸ ਤੋਂ ਪਹਿਲਾਂ ਅੰਕਿਤ ਗੋਇਲ ਬੱਚੀ ਆਕ੍ਰਿਤੀ ਆਜੂ, ਉਹ ਸੌਰੀ ਉਹ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਵਿੱਚ ਪੜ੍ਹਦੀ ਹਾਂ। ਅੱਜ ਮੈਂ ਆਪਣੇ ਦਾਦਾ ਜੀ ਦੇ ਜਨਮ ਦਿਨ ਉੱਤੇ ਕੁਝ ਦੱਸਣਾ ਚਾਹੁੰਦੀ ਹਾਂ। ਮੇਰੇ ਦਾਦਾ ਜੀ ਦਾ ਜਨਮ 15 ਦਸੰਬਰ 1948 ਨੂੰ ਨਾਨਕੇ ਪਿੰਡ ਸਹਿਜਰੇ ਹੋਇਆ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਤੇ 5ਵੀਂ ਜਮਾਤ ਵਿੱਚ ਬਲਾਕ ਵਿੱਚ ਪਹਿਲੇ ਸਥਾਨ ਤੇ ਆਏ ਸਨ। ਉਹ ਹਮੇਸ਼ਾ ਖੁਸ਼ ਰਹਿੰਦੇ ਸਨ। ਉਹ ਇੱਕ ਸਫਲ ਵਪਾਰੀ ਬਣੇ ਤੇ ਉਹ ਦੋ ਵਾਰੀ ਐਗਰੀਕਲਚਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਬਣੇ ਤੇ ਉਸ ਤੋਂ ਬਾਅਦ ਉਹ ਮਾਰਕੀਟ ਕਮੇਟੀ ਹਟੂਰ ਦੇ ਚੇਅਰਮੈਨ ਵੀ ਬਣੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਪਿਆਰੀ ਬੱਚੀ। ਹੁਣ ਮੈਂ ਬੇਨਤੀ ਕਰਦਾ ਸਾਡੇ ਵਿਸ਼ੇਸ਼ ਮਹਿਮਾਨ ਸ਼੍ਰੋਮਣੀ ਸਾਹਿਤਕਾਰ ਅਮਰੀਕ ਸਿੰਘ ਜੀ ਤਲਵੰਡੀ, ਉਹ ਸਾਡੇ ਨਾਲ ਕੀਮਤੀ ਵਿਚਾਰਾਂ ਦੀ ਸਾਂਝ ਪਾਉਣ। ਗਿਆਨ ਦੇ ਦੀਪ ਜਗਾ ਕੇ ਕਰੋ, ਧਰਤੀ ਉੱਤੋਂ ਦੂਰ ਹਨੇਰਾ। ਗਿਆਨ ਦੇ ਦੀਪ ਜਗਾ ਕੇ ਕਰੋ, ਧਰਤੀ ਉੱਤੋਂ ਦੂਰ ਹਨੇਰਾ। ਤੇਰੀ ਹੋ ਗਈ ਤਲਵੰਡੀ ਤਾਂ ਕੀ ਹੋਇਆ, ਜਦੋਂ ਜਾਗੀਏ ਉਦੋਂ ਸਵੇਰਾ, ਜਦੋਂ ਜਾਗੀਏ। ਹੋਰ ਕਿਸੇ ਦਾ ਵਿਰਸਾ ਤੱਕ ਕੇ ਉਹਦੇ ਉੱਤੇ ਡੁੱਲ ਜੋ ਜਾਵੇ, ਹੋਰ ਕਿਸੇ ਦਾ ਵਿਰਸਾ ਤੱਕ ਕੇ ਉਹਦੇ ਉੱਤੇ ਡੁੱਲ ਜੋ ਜਾਵੇ। ਉਸ ਦੇਸ਼ ਦਾ ਤਲਵੰਡੀ ਰਾਖੀ ਰੱਖਾ, ਆਪਣਾ ਵਿਰਸਾ ਭੁੱਲ ਜੋ ਜਾਵੇ, ਆਪਣਾ ਵਿਰਸਾ ਭੁੱਲ ਜੋ ਜਾਵੇ। ਅੱਜ ਦੇ ਮੁੱਖ ਮਹਿਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਹਰਬੰਸ ਸਿੰਘ ਜੀ ਖਾੜਾ ਤੇ ਉਹਨਾਂ ਦੇ ਨਾਲ ਸਾਡੇ ਵਿਸ਼ੇਸ਼ ਮਹਿਮਾਨ ਜਿਹੜੇ ਤੇ ਜਿਨ੍ਹਾਂ ਦਾ ਮੈਂ ਬੇਹੱਦ ਰਿਗਾਰਡ ਕਰਦਾ, ਨੌ ਲੈਣ ਤੋਂ ਝਾੜਦਾ ਹੁੰਦਾ। ਪ੍ਰਿੰਸੀਪਲ ਬਲਵੰਤ ਸਿੰਘ ਜੀ ਸੰਧੂ ਸਾਹਿਬ, ਨਾਲ ਬੈਠੇ ਰਿਸ਼ਪਾਲ ਸਿੰਘ ਜੀ, ਇਹ ਵੀ ਬਹੁਤ ਸਰਗਰਮਾ। ਮੈਂ ਜੇ ਨਾਮਾਂ 'ਚ ਪੈ ਗਿਆ, ਮੈਂ ਦੇਖ ਲਿਆ ਵੀ ਟਾਈਮ ਥੋੜਾ ਬੁਲਾਰੇ ਵੱਧਦਾ। ਹੁਣ ਜੇ ਨਾਮਾਂ 'ਚ ਆ ਮੇਰੇ ਦੋ ਕਲਾਸ ਫੈਲੋ ਬੈਠੇ ਆ, ਫਿਰ ਇਹਨਾਂ ਦਾ ਵੀ ਲੈਣਾ ਪਊਗਾ। ਹਰਚੰਦ ਸਿੰਘ ਜੀ ਬੈਠੇ ਆ, ਆਗਾ ਬਹਾਦਰ ਸਿੰਘ ਜੀ ਬੈਠੇ ਆ, ਮਹਿਤਾ ਸਾਹਿਬ ਬੈਠੇ ਆ, ਬੱਲਾ ਸਾਹਿਬ ਬੈਠੇ ਆ, ਫਿਰ ਕਿਹਦਾ ਛੱਡੂ ਕਿਹਦਾ ਲਊਗਾ। ਤੇ ਜਸਵਿੰਦਰ ਸ਼ਿੰਦਾ ਜੀ, ਜਿਹਦੀ ਬਦੌਲਤ ਜਿਨ੍ਹਾਂ ਦੇ ਹਿੰਮਤ ਸਦਕਾ ਇਕੱਠੇ ਹੋਏ ਆ। ਸੱਚ ਹੈ, ਜਦੋਂ ਆਪਾਂ ਵੈਸੀ ਜੀ ਜਾਂਦੇ ਹਾਂ ਉੱਥੇ ਕਹਿੰਦੇ ਵੀਜ਼ਾ ਲਵਾਉਣ ਮੌਕੇ ਕਹਿੰਦੇ ਆ ਵੀ ਮੈਂ ਡਿਜੀਟਲ ਵੀਜ਼ੇ ਤੇ ਜਾਣਾ, ਬਾਹਰ ਘੁੰਮਣ ਜਾਣਾ, ਤੇ 20 ਕਿਲੋਮੀਟਰ ਤੇ ਘੁੰਮਿਆ ਨਹੀਂ ਹੁੰਦਾ, ਬੰਦਾ ਦੇਖਿਆ ਨਹੀਂ ਹੁੰਦਾ।
मैं देखा रूह कटकी इतने आके जी रूह बागो बाग हो गई है। किन्ना शब्दां नाल मैं करा तुहाडा सब का धन्नवाद। जिहड़ा ट्रस्ट है राजकुमार जी दी याद बनिया अज उस शब्द सह सभा बन के सारे मैंबरों का किन्ना शब्दां नाल मैं करा तुहाडा सब का धन्नवाद। इन्ना तुसीं मन बख्शिया जिंदगी भर रहेगा याद। इन्ना तुसीं मन बख्शिया जिंदगी। जो मैं राष्ट्रपति अवार्ड लैन चलिया सी ते मैनू सिक्योरिटी गार्ड नूं मैं आख्या मैं राष्ट्रपति नाल हथ मिला सकदा गल्लां कर सकदा। वो मैनू कहते नहीं जे वो चाहो तू कर सकदा। मैं फिर मैं काज आया तो की कराना। मैं फिर मैं जाके की दसूँगा मैं राष्ट्रपति ने मिल के आया गल्लां करके आया। सुनो बच्चों ध्यान दो। सिक्योरिटी गार्ड मैनू कहता तुसीं जदों ना तुहाडे हत्थ 'च अवार्ड आ गया फिर तुसीं VIP बन गए। VIP बन के वो तुहानूं चाह ते सदणगे आप खुद चाह ते गल्लां करनगे राष्ट्रपति भवन दे विच। तुसीं ये देखो अमरीक त्रिपाठी को अवार्ड कागजी एक्ट लग्या उस प्यार नहीं सी उस मुहब्बत नहीं सी वो सत्कार नहीं सी वो सन्मान नहीं सी जिहड़ा तुहाडा इहदे विच भरिया पिया। राजकुमार जी की जो गल कर रहे थे राजा जी मैं टिकट ला के वो तस्वीर देख रहा सी मैनू मेरे शेर याद आ रहे थे जो किसी के काम ना आ सके दुनिया देवे उन्होंने तरकार नहीं आ जो जग लई तरवंडी जूझदा है तेरे जग भी उहदा सत्कार भी है। जिन्हां लोगों के दिल दे विच दूजियां दे लई दर्द ने औरतां देवियां वर्गियां ने वो देवतियां वर्गे मर्द ने। अपने लिए जो ने जिउंदे उन्हां जन्म गवाउणा है दूजियां दे लई जो ने जिउंदे उन्हां दा सफल जिउणा है। मैनू पवित्र पानी दियां तुकां याद आईयां जदों राजा जी की गल कर रहे थे। सेवक को सेवा बनाई हुक्म बूझ पन पद पाई बिच दुनिया सेव कमाई दरगाह वैसन पाइए। तुसीं ये देखो भी वो कल्ले मतलब इधर ही नहीं टुके आम शब्दां से वो टुके है बकायदा पवित्र बाणी ते भी खरे खरा जीवन उतरे खरे उतरे। किताबां बिन है जिंदगी अधूरी किताबां बिन ना पैंदी पूरी सफल जिंदगी लई तरवंडी किताबां पढ़नियां बहुत जरूरी सफल जिंदगी लई तरवंडी किताबां पढ़नियां बहुत जरूरी। प्यारे बच्चों मैनू मेरे किसी अध्यापक ने नहीं दसिया भी अमरीक तलवंडी शायर है अंदर शायर है पर अमरीक तलवंडी है तुहानूं दस सकदा थोड़े चो किहने शायर बने दसा। प्यारे बच्चों सहमत हैं? मैं थोनों कविता बोलूंगा तो बच्चे वाली हुई वह आखिरी शब्द छड्डू ठीक है ना। जिहड़ा आखिरी शब्द पूरा कर गया वो मान लो कल का शायर है वो कल लड़की वो कवित्री है। प्यारे बच्चों जो मैं चुप कर जू उदों तो कहना चाहिए प्यारे बच्चों दौड़ के आओ कापी पेन भी नाल सारी शायर बंद है वो मैं एक कदा लभूगा सिरे लाती गल। चलो अगे तुहानूं चंगियां गल्लां सिखावां जीवन दी मैं जाच नहीं मैं तो गलत बोलेगा सी तुहानूं चंगियां गल्लां लिखावां जीवन दी मैं जाच। ये किहड़ी जमात दे तो सारे ही गाहियां +2 वाले बंक वाले किहड़े हो आ दे लो पढ़ने मैं क्या भी तो जाते वाले मैं तो प्राइमरी वाले बोलण लाना हूं। समय सिर ते स्कूले आओ स्कूल तो सदे घर नूं बस धन धन हो गई है धन धन हो गई है। आ थोड़ा जागरा आएगा तुम दसा प्यार दे नाल तुसां पढ़ना एक दूजे नाल कदे ना
ताड़ी मारो, मैं इन्हें कविता ਵੱਡਿਆਂ ਦਾ ਸਤਿਕਾਰ ਹੈ ਕਰਨਾ, ਛੋਟਿਆਂ ਨਾਲ ਪਿਆਰ ਹੈ ਕਮਾਲਾ ਕਮਾਲਾ। ਜਦੋਂ ਵੀ ਬੋਲਣਾ ਮਿੱਠਾ ਬੋਲਣਾ, ਬੋਲਣ ਤੋਂ ਪਹਿਲਾਂ ਤੁਸੀਂ ਆ ਬਸ ਗਏ ਹਾਂ ਚਲੋ ਕੋਈ ਨਹੀਂ, ਉਹ ਥੋੜਾ ਔਖਾ ਵੀ ਸੀ ਨਾ। ਰੋਗਾਂ ਨੂੰ ਜੇ ਦੂਰ ਭਜਾਉਣਾ, ਸਫਾਈ ਉੱਤੇ ਜ਼ੋਰ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਚੰਗੀ ਤੇ ਹੈ ਸਿਹਤ ਬਣਾਉਣੀ, ਕਸਰਤ ਤੁਸਾਂ ਨਹੀਂ ਬਣਾਉਣੀ 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 ਬਣਾਉਣੀ। ਠੀਕ ਹੈ। ਜੇ ਭਲਾ ਕੁਝ ਬਣ ਪਕਾਉਣਾ, ਪੜ੍ਹਾਈ ਉੱਤੇ ਜ਼ੋਰ ਹੈ। ਵਾਹ ਵਾਹ ਵਾਹ, ਕਿਆ ਬਾਤ ਹੈ। देश ਨੂੰ ਵੀ ਪਿਆਰ ਹੈ ਕਰਨਾ, ਲੋੜ ਪੈਣ ਤੇ ਦੇਸ਼ ਲਈ। ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਲਾਇਕ ਬੱਚੇ ਆ। ਮੈਂ ਇਹਨਾਂ ਦੇ ਮਾਪਿਆਂ ਨੂੰ ਵੀ ਸ਼ਾਬਾਸ਼ ਦਿੰਦਾ, ਇਹਨਾਂ ਦੇ ਟੀਚਰਾਂ ਨੂੰ ਵੀ ਸ਼ਾਬਾਸ਼ ਦਿੰਦਾ। ਨਹੀਂ ਤਾਂ ਮੈਂ ਕਿਹਾ ਦੇਖਿਆ ਕਈ ਵਾਰੀ ਗਰਾਰੀਆਂ ਲਾ ਦਿੰਦੇ ਮੈਂ ਜਾਂਦਾ ਸਕੂਲਾਂ 'ਚ। ਤਲਵੰਡੀ ਦਾ ਬੱਚਿਓ ਮੰਨੋ ਕਹਿਣਾ, ਵਿਦਿਆ ਵਰਗਾ ਹੋਰ ਨਾ ਕਮਾਲਾ ਕਰਦਾ। ਮੈਨੂੰ ਤਾਂ ਆਹ ਔਖਾ ਸੀ ਲੱਗਦਾ ਹੈ। प्यारे बच्चे ਜਿਹੜੇ ਇਹ ਬੋਲੇ ਨੇ, ਤੁਸੀਂ ਆਪਣੀ ਕਲਮਾ ਚੱਕ ਲਓ। ਆਉਣ ਵਾਲੇ ਦਿਨ 'ਚ ਮੈਂ ਤੁਹਾਡੀ ਕਿਤਾਬ ਲੀਕ ਕਰ ਲਵਾਂ। ਅਜੇ ਵੀ ਸੋਚ ਲਓ। ਨਹੀਂ ਨਹੀਂ, ਇੱਥੇ ਪਾ ਗਈਆਂ 3 ਹੁੰਦੀਆਂ ਮਾਵਾਂ। ਕਿੰਨੀਆਂ ਹੁੰਦੀਆਂ? ਤੁਹਾਡਾ ਕਸੂਰ ਨਹੀਂ, ਕਾਲਜਾਂ 'ਚ ਜਾਣਾ ਪਤਾ ਉਹਨਾਂ ਨੂੰ ਨਹੀਂ ਹੈ। ਪਤਾ ਨਹੀਂ ਕਰਕੇ ਇਹਨਾਂ ਦੀ ਕਦਰ ਨਹੀਂ, ਇਸੇ ਕਰਕੇ ਮਾਂ ਬੋਲੀ ਦੀ ਕਦਰ ਨਹੀਂ, ਇਸੇ ਕਰਕੇ ਧਰਤੀ ਮਾਂ ਨੂੰ ਗੰਦਾ ਕਰੀ ਜਾਂਦੇ ਆ, ਇਸੇ ਕਰਕੇ ਜਨਮ ਦੇਣ ਵਾਲੀਆਂ ਦੀਆਂ ਲਾਭ ਭਾਗ ਲਈ ਜਾਂਦੇ। ਕਦਰ ਹੀ ਕੋਈ ਨਹੀਂ। 3 ਮਾਵਾਂ ਦਾ ਨਹੀਂ ਪਤਾ, 3 ਮਾਵਾਂ ਦਾ। ਮੈਂ ਕਾਲਜਾਂ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਨੂੰ ਉਠਾ ਲੈਂਦਾ ਹੁੰਦਾ ਵੀ ਤੂੰ ਦੱਸ ਦੇ ਚੱਲ ਪੰਜਾਬੀ ਵਾਲਿਆਂ ਤੋਂ ਕਾਹਨੂੰ ਪੁੱਛਣਾ। ਉਹਨੂੰ ਮੈਂ ਪਤਾ ਹੀ ਕੀ ਕਹਿਣਾ ਹੁੰਦਾ। ਮੈਂ ਕਿਹਾ ਯਾਰ ਉਹ ਦੱਸੋ ਵੀ ਤੁਸੀਂ ਆ ਜਿਹੜਾ ਅੰਕਲ ਆਂਟਰੀ ਤੋਂ ਚਾਚੇ ਚਾਚੀ ਦਾ ਕਿਵੇਂ ਪਤਾ ਲੱਗਦਾ? ਚਾਚਾ ਆ ਗਿਆ, ਚਾਚੀ ਤਾਇਆ ਤਾਂ ਹੀ ਕਿਵੇਂ ਪਤਾ ਲੱਗਦਾ? ਭੂਆ ਫੁੱਫੜ ਡੁੱਡੀ ਖਿਆਲ ਪੈਣਾ, ਵਿਚਾਰ ਪੈਦਾ ਹੁੰਦੇ। ਚਾਚੇ ਤੇ ਵਿਚਾਰ ਹੋਰ ਆ, ਭੂਆ ਫੁੱਫੜ ਤੇ ਹੋਰ ਆ। ਉਹ ਕਹਿੰਦੇ ਤਾਂ ਤੁੱਕਾ ਹੀ ਹੁੰਦਾ। ਮੈਂ ਕਿਹਾ ਤੁੱਕਾ ਫਿਰ ਅਮੀਰ ਕਿਹੜੀ ਹੋਈ? ਫਿਰ ਤਾਂ ਸਾਡੀ ਮਾਂ ਬੋਲੀ ਅਮੀਰ ਹੋਈ। ਤੁਹਾਡੇ ਕੋਲੇ ਬੱਚੇ ਨੋਟ ਕਰ ਲਓ, ਇੱਥੇ 3 ਲੱਖ ਸ਼ਬਦ ਆ। ਕਿੰਨਾ? ਜਿਹਨੂੰ ਸਿਰ ਤੇ ਚੱਕਿਆ ਉਹਦੇ ਕੋਲ 2 ਲੱਖ ਆ। ਮੈਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ। ਭਾਸ਼ਾ ਵੱਧ ਤੋਂ ਵੱਧ ਸਿੱਖੋ ਜੇ ਮਹਾਨ ਬਣਨਾ ਨਾ। ਪਰ ਨੀਂਹ ਜਿਹੜੀ ਹੈ, ਜਿਵੇਂ ਆਪਾਂ ਮਹਿਲ ਦੀ ਮਨਾਰੇ ਕੋਠੀਆਂ ਬਣਾਉਂਦੇ, ਨੀਂਹ ਮਜ਼ਬੂਤ ਤੁਹਾਡੀ ਮਾਂ ਬੋਲੀ ਦੀ ਬਣਾਉਣੀ। ਮਾਂ ਬੋਲੀ ਦੇ ਨੀਂਹ ਤੁਹਾਡੇ ਕੋਲ 2-3 ਲੱਖ ਦਾ ਇੱਧਰੋਂ ਆ ਗਿਆ ਸ਼ਬਦ, 2 ਤੋਂ 5 ਲੱਖ ਚੋਂ ਆ ਗਏ ਨਾ ਸ਼ਬਦ। ਜੇ 2 ਪਛਾਣ ਦੀ ਗੱਲ ਵੀ ਕਰ ਲਈਏ ਤੇ ਜਿਹਦੇ ਕੋਲ ਇਹਦੇ ਸ਼ਬਦ ਆ ਉਹਨੂੰ ਜਨਮ ਨਾਲ ਵੀ ਹੋ, ਉਹ ਬਾਦਸ਼ਾਹ ਵੀ ਹੋ, ਵੀਰ ਵੀ ਹੋ, ਬਲਾਰਾ ਵੀ ਹੋ, ਡੋਰ ਵੀ ਹੋ, ਸਭ ਕੁਝ ਹੋ। ਤੇ ਮਾਵਾਂ ਨੂੰ ਬੇਨਤੀ ਕਰਦਾ ਵੀ ਮੈਂ ਜਿਹੜੀ ਗਲੀ 'ਚ ਲੰਘਦਾ ਨਾ, ਉਹ ਆ ਗਿਆ ਅੰਕਲ ਕਰਦੇ, ਗੁੱਡ ਮਾਰਨਿੰਗ ਆ ਗਿਆ ਅੰਕਲ ਕਰਦੇ, ਇਵਨਿੰਗ ਬਹੁਤ ਹੈ, ਉਹ ਬੰਦ ਕਰ ਦਿਓ। ਅੱਜ ਤੋਂ ਬਾਅਦ ਪਿਆਰੇ ਬੱਚੇ ਮੈਂ ਤੁਹਾਨੂੰ ਬੇਨਤੀ ਕਰਦਾ, ਆ ਵੱਡਿਆਂ ਨੂੰ ਮੈਂ ਸਿਮਰ ਬੇਨਤੀ ਕਰਦਾ। ਬੇਨਤੀ ਤਾਂ ਕਰ ਹੀ ਸਕਦੇ ਆਪਾਂ। ਘਰ 'ਚ ਅੱਜ ਜੇ ਦਿਨ ਮਨਾਇਆ ਨਾ, ਲਾਇਬ੍ਰੇਰੀ ਦਾ ਆਪਣਾ ਪੰਜਾਬੀ ਦਾ ਮਾਂ ਬੋਲੀ ਦਾ ਨਾ ਜਨਮ ਨਾਂ ਦੀਆਂ ਪਲੇਟਾਂ ਘਰੇ ਜਾ ਕੇ ਚੈੱਕ ਕਰੋ ਵੀ ਕਾਹਦੇ 'ਚ ਅੰਗਰੇਜ਼ੀ 'ਚ ਪੰਜਾਬੀ 'ਚ। ਪੰਜਾਬ ਦੱਸਦੀ ਹੈ ਪੰਜਾਬ। ਸਿੱਧਾ ਜੇ ਮੈਨੂੰ ਉਹ ਸ਼ੇਰ ਵੀ ਕਹਿ ਲੈਣ ਦਿਓ ਯਾਰ, ਤੁਸੀਂ ਪਿਆਰ ਹੀ ਨਾ ਤਾਂ ਮੁਹੱਬਤ ਹੀ ਨਹੀਂ। ਮਨ ਦੀ ਚਰਖੀ ਢਾਹ ਕੇ ਜਦੋਂ ਤਦ ਯਾਦਾਂ ਦੀ ਪਾਵੇਗਾ, ਤੁਹਾਡੇ ਗੁਣਾਂ ਤੇ ਲੱਗ ਲੋਟੇ ਸ਼ਿਕੂ ਪਰ ਵਿਖਾਵੇਗਾ। ਅਮਰੀਕ ਤਲਵੰਡੀ ਉੱਠਦਾ ਪੈਂਦਾ ਤੁਹਾਡਾ ਨਾਮ ਤੇ ਆਵੇਗਾ, ਤੇ ਮਣਾ ਮੋਹਿਤ ਸਮਾਨ ਦਿੱਤਾ ਉਹਦਾ ਕਰ ਚੁਕਾਵੇਗਾ। ਮਣਾ ਮੋਹਿਤ ਸਮਾਨ ਦਿੱਤਾ ਉਹਦਾ ਕਰ ਚੁਕਾਵੇਗਾ। ਬਹੁਤ ਸ਼ੁਕਰੀਆ, ਧੰਨਵਾਦ। ਸਰਦਾਰ ਅਮਰੀਕ ਸਿੰਘ ਜੀ ਤਲਵੰਡੀ, ਤੁਸੀਂ ਆਪਣੇ ਕੀਮਤੀ ਵਿਚਾਰਾਂ ਸ਼ੇਅਰਾਂ ਦੇ ਨਾਲ, ਖਾਸ ਕਰਕੇ ਬੱਚਿਆਂ ਦੇ ਨਾਲ ਸਾਂਝ ਪਾਈ। ਬਹੁਤ ਬਹੁਤ ਧੰਨਵਾਦ। सहज सभा मानो के हाजिर प्रतिभागी सज्जों बच्चों, वाहिगुरु जी का खालसा वाहिगुरु जी की फतेह। बच्चों तो मुकाबलों को शुरू करते हैं। ऊड़ा आड़ा ईड़ी सस्सा, पढ़ लिख पैंती पूरा किस्सा,
ਅੱਖਰ ਜੋੜ ਕੇ ਖੰਭ ਬਣਾਏ, ਫੇਰ ਮੈਂ ਭਰੀ ਅਡਾਰੀ, ਨਹੀਂ ਹੁਣ ਮੈਂ ਓੜ ਲਈ ਚਾਲਣ ਦੀ ਫੁਲਕਾਰੀ। ਘੋਰ ਹਨੇਰਾ ਆ ਨਹੀਂ ਸਕਦਾ, ਵਿਦਿਆ ਚੋਰ ਚਰਾ ਨਹੀਂ ਸਕਦਾ, ਫੁੱਲੇ ਛੱਡ ਕੇ ਸੌ ਜਾ ਸ਼ੀਨਾ, ਦਿਲ ਦੇ ਬੂਹੇ ਬਾਰੀ, ਨਹੀਂ ਹੁਣ ਮੈਂ ਓੜ ਲਈ ਚਾਲਣ ਦੀ ਫੁਲਕਾਰੀ। ਪਿੱਪਲ ਬਰੋਟਾ ਟਾਲੀ ਜਾਂ ਧਰੇਕ ਦੀ, ਪਿੱਪਲ ਬਰੋਟਾ ਟਾਲੀ ਜਾਂ ਧਰੇਕ ਦੀ, ਕਿੱਕਰ ਸ਼੍ਰੀ ਤੂਤ ਨਿੰਮ ਤੇ ਡੇਕਦੀ। ਕਿੱਥੇ ਹਨ ਮੈਨੂੰ ਵੀ ਦਿਖਾਓ ਕੁੜੀਓ, ਪੀਂਘ ਝੂਟੜੇ ਨੂੰ ਮੇਰਾ ਚਿੱਤ ਕਰਦਾ, ਬੋਲੀਆਂ ਰੁੱਖਾਂ ਦੇ ਨਾਂ ਤੇ ਪਾਓ ਕੁੜੀਓ। ਨਸੂੜੇ ਤੇ ਫਲਾਈ ਗਏ ਕਿਧਰੇ ਗਵਾਚ ਨਹੀਂ, ਨਸੂੜੇ ਤੇ ਫਲਾਈ ਗਏ ਕਿਧਰੇ ਗਵਾਚ ਨਹੀਂ, ਜੰਡ ਦੇ ਕਰੀਰ ਵੱਡੇ ਹੱਥੀ ਕੀਤਾ ਬਾਪ ਨੇ। ਸਿਹਤ ਲਈ ਅਚਾਰ ਡੇਲਿਆਂ ਦਾ ਗੁਣਕਾਰੀ, ਸਿਹਤ ਲਈ ਅਚਾਰ ਡੇਲਿਆਂ ਦਾ ਗੁਣਕਾਰੀ, ਚਲੋ ਕਿਤੋਂ ਭਾਲ ਕੇ ਲਿਆਓ ਕੁੜੀਓ, ਪੀਂਘ ਝੂਟੜੇ ਨੂੰ ਮੇਰਾ ਚਿੱਤ ਕਰਦਾ, ਬੋਲੀਆਂ ਰੁੱਖਾਂ ਦੇ ਨਾਂ ਤੇ ਪਾਓ ਕੁੜੀਓ। ਧਰਤੀ ਨੂੰ ਆਪਾਂ ਹਰੇ ਰੰਗ ਵਿੱਚ ਰੰਗਣਾ, ਸਾਡਾ ਇਹ ਮਾਜੀ ਹੈ, ਧਰਤੀ ਨੂੰ ਆਪਾਂ ਹਰੇ ਰੰਗ ਵਿੱਚ ਰੰਗਣਾ, ਹਰ ਘਰ ਇੱਕ ਇੱਕ ਲਾਓ ਦੀ ਸੰਜਣਾ। ਸੰਜਣਾ ਬੂਟਾ ਜੀ ਜਿਹਨੂੰ ਬਾਹਰ ਅਮਰੀਕਾ ਵੀ ਕਹਿੰਦੇ ਆ, ਇਹਦੇ ਗੁਣ ਬਹੁਤ ਆ। ਧਰਤੀ ਨੂੰ ਆਪਾਂ ਹਰੇ ਰੰਗ ਵਿੱਚ ਰੰਗਣਾ, ਹਰ ਘਰੇ ਇੱਕ ਇੱਕ ਲਾਓ ਦੀ ਸੰਜਣਾ, ਬਿਮਾਰੀਆਂ ਦਾ ਕਰੂਗਾ ਇਲਾਜ ਇਹ ਵੈਦ, ਰੋਗਾਂ ਦਾ ਹੀ ਘਰਾਂ ਚੋਂ ਭਜਾਵੋ ਕੁੜੀਓ, ਪੀਂਘ ਝੂਟੜੇ ਨੂੰ ਮੇਰਾ ਚਿੱਤ ਕਰਦਾ, ਬੋਲੀਆਂ ਰੁੱਖਾਂ ਦੇ ਨਾਂ ਤੇ ਪਾਓ ਕੁੜੀਓ। ਅਖੀਰ ਦਾ ਬੰਦਾ ਜੀ, ਜੰਡੀ ਪਿੰਡ ਲਾਈਏ ਇੱਕ ਅੰਬੀਆਂ ਦਾ ਬਾਗ ਨਹੀਂ, ਜੰਡੀ ਪਿੰਡ ਲਾਈਏ ਇੱਕ ਅੰਬੀਆਂ ਦਾ ਬਾਗ ਨਹੀਂ, ਗਾਉਣ ਦੀਆਂ ਕੋਲਾਂ ਜਦੋਂ ਆਉਸ਼ੀ ਦਾ ਯਾਦ ਨਹੀਂ। ਸੌਣ ਦੇ ਸ਼ਰਾਟਿਆਂ ਦੇ ਝੰਬਦੇ ਜਦੌਰ, ਸੌਣ ਦੇ ਸ਼ਰਾਟਿਆਂ ਦੇ ਝੰਬਦੇ ਜਦੌਰ, ਇਹਨਾਂ ਲਈ ਜੰਗਲ ਲਵਾਓ ਕੁੜੀਓ, ਪੀਂਘ ਝੂਟੜੇ ਨੂੰ ਮੇਰਾ ਚਿੱਤ ਕਰਦਾ, ਬੋਲੀਆਂ ਰੁੱਖਾਂ ਦੇ ਨਾਂ ਤੇ ਪਾਓ ਕੁੜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਣਜੀਆਂ ਲੱਗਣ ਬਕੈਣਾ, ਸ਼੍ਰੀ ਲੱਗਦੇ ਸਾਡੇ ਫੁੱਫੜਾਂ ਵਰਗੇ, ਦੇਕਾਂ ਚਾਚੀਆਂ ਤਾਈਆਂ ਸਰੂ ਸਫੈਦ, ਲੱਗਣ ਮਸੇਰੇ ਕਨੇਰ ਲੱਗਦੇ ਵਾਂਗ ਭਾਈਆਂ, ਜੰਡ ਜੰਡੀਆਂ, ਜੰਡ ਜੰਡੀਆਂ ਮਿਰਜੇ ਨੂੰ ਜਾਣਨ, ਤੂੰ ਤਨੇ ਬਾਗ ਮਸੇਰੇ, ਅਮਰੂਦ ਗਲਗਲ ਤੇ ਮਿੱਠੇ ਸੰਤਰੇ, ਮੇਰੇ ਰਿਸ਼ਤੇਦਾਰ ਬਥੇਰੇ, ਮੇਰੇ ਰਿਸ਼ਤੇਦਾਰ ਬਥੇਰੇ। ਆਖਰੀ ਲੈਣਾ ਘਰ ਵਾਲੀ ਕਰਦੀ, ਉਹ ਚਲੀ ਗਈ। ਜਾਮਣ ਨੂੰ ਪ੍ਰਣਾਮਾ, ਬਾਕੀ ਪੇਟ ਦੀ ਧੀਰਾਂ ਵਰਗੇ ਸਭ ਦੇ ਸ਼ਗਨ ਮਨਾਵਾ, ਕਰੋ ਰੁੱਖਾਂ ਦੀ ਪੂਜਾ ਲੋਕੋ, ਦੇਵਨ ਠੰਡੀਆਂ ਛਾਵਾਂ, ਛਾਵਾਂ ਕਰਕੇ ਲਾਡ ਮਨਾਵਾ, ਜਿਉਂ ਪੁੱਤਰਾਂ ਨੂੰ ਮਾਂ। ਧੰਨਵਾਦ। ਸੋਹਣਿਓ ਸੱਜਣੋ, ਤਿੰਨੋਂ ਮਹਿਮਾਨਾਂ ਵਾਸਤੇ ਸੋਹਣਿਓ ਸੱਜਣੋ ਕਰਾਂ ਸਵਾਗਤ, ਸਿਰ ਅੱਖਾਂ ਤੇ ਰੱਖਾਂ, ਸੋਹਣਿਓ ਸੱਜਣੋ ਕਰਾਂ ਸਵਾਗਤ, ਸਿਰ ਅੱਖਾਂ ਤੇ ਰੱਖਾਂ, ਮਾਖਿਓ ਮਿੱਠੀ ਬੋਲੀ ਦਾ ਮੈਂ ਸ਼ਹਿਦ ਸਵਾਦੀ ਚੱਖਾਂ। ਦੀਦ ਥੋੜੀ ਦੀ ਭੁੱਖ ਹੈ ਖਾਸੀ, ਦੀਦ ਥੋੜੀ ਦੀ ਭੁੱਖ ਹੈ ਖਾਸੀ, ਬਸ ਤੱਕਾਂ ਬਸ ਤੱਕਾਂ, ਵਿਦਿਆ ਬਿਨਾ ਮਨੁੱਖਤਾ ਜ਼ਿੰਦਗੀ ਲੱਗਦੀ ਵਾਂਗ ਹੈ ਕੱਖਾਂ। ਗਿਆਨ ਜੋ ਹਾਸਲ ਕਰ ਲੈ ਬੰਦਾ, ਮੁੱਲ ਪੈਂਦਾ ਹੈ ਲੱਖਾਂ, ਤਿੰਨੋਂ ਸ਼ਖਸੀਅਤਾਂ ਗਿਆਨ ਸਮੁੰਦਰ, ਤਿੰਨੋਂ ਸ਼ਖਸੀਅਤਾਂ ਗਿਆਨ ਸਮੁੰਦਰ, ਤੇਲ ਸਿਰਾਂ ਵਿੱਚ ਧੱਸਾਂ, ਮਿਲ ਜੇ ਬੂੰਦ ਸਵਾਦੀ ਭੋਰਾ, ਮਿਲ ਜੇ ਬੂੰਦ ਸਵਾਦੀ ਭੋਰਾ, ਮੈਂ ਮਗਰ ਜੁੱਤੀਆਂ ਕੱਸਾਂ, ਚੱਕਰ ਤਲਵੰਡੀ ਹਰਵੰਸ ਅਖਾੜਾ, ਤਿੰਨੋਂ ਗਿਆਨ ਦੇ ਮੰਦਰ, ਚੱਕਰ ਤਲਵੰਡੀ ਹਰਵੰਸ ਅਖਾੜਾ, ਤਿੰਨੋਂ ਗਿਆਨ ਦੇ ਮੰਦਰ, ਮਾਂ ਬੋਲੀ ਪੰਜਾਬੀ ਦੇ ਲਈ ਪਿਆਰ ਤਿੰਨਾਂ ਦੇ ਅੰਦਰ, ਤਿੰਨੋਂ ਸਾਹਿਤ ਦੇ ਸਿਰਜਕ ਸੂਰੇ, ਤਿੰਨੋਂ ਸਾਹਿਤ ਦੇ ਸਿਰਜਕ ਸੂਰੇ, ਤਿੰਨੋਂ ਸ਼ਾਹ ਸਿਕੰਦਰ, ਸ਼ਿੰਦਾ ਸਿਰਤ ਨਾ ਕਰ ਸਕਦਾ, ਤਿੰਨੋਂ ਬੜੇ ਪਤੰਦਰ। आज मैं अपने दादाजी के लिए एक कविता सुनाने जा रही हूँ। हालांकि कुछ पल बचपन में जब दादा का हाथ पकड़ा था मैंने, उनका साथ मानो उत्सुकता की खदान, नई नई कहानियाँ, चॉकलेट की दुकान।
अनुभव परक बातें उनकी नीतिगत संस्कार जिनके ज्ञान से मेरे व्यक्तित्व ने लिया आकार। जब होश संभालना सीखा तब हाथ छोड़ गए, जब हाथ थामना था मुझे साथ छोड़ गए। पढ़ाई का काम कर रहे हो ट्रस्ट बना के ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਲਾਇਬ੍ਰੇਰੀ ਅੱਜ ਵੀ ਮੈਂ 15-20 ਕਿਤਾਬਾਂ ਦੇ ਕੇ ਚੱਲਿਆ ਤੇ ਜਦੋਂ ਵੀ ਸੰਜਾ ਜੀ ਹੁਣੀ ਜਾਂ ਰਸਪਾਲ ਹੁਣੀ ਮੈਨੂੰ ਦੱਸਿਆ ਕਰਨਗੇ ਵੀ ਸਾਡੀ ਅੱਜ ਮੀਟਿੰਗ ਹੋ ਰਹੀ ਆ ਪੱਕ ਮੰਨੋ ਮੈਂ ਤੁਹਾਡੀ ਹਰੇਕ ਮੀਟਿੰਗ 'ਚ ਹਾਜ਼ਰ ਹੋਇਆ ਕਰਾਂ। ਮੈਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿਉਂਕਿ ਸਾਨੂੰ ਪਤਾ ਕਵਿਤਾ ਬਣਿਆ ਤਾਂ ਉਹਦੇ ਬੰਦੇ ਸਰੋਤੇ ਚਾਹੀਦੇ ਹੁੰਦੇ ਆ। ਅਸੀਂ ਜਦੋਂ ਜੇਲ੍ਹ 'ਚ ਸੀ ਨਾ ਉੱਥੇ ਚੰਡੀਗੜ੍ਹ ਉੱਥੇ ਇੱਕ ਚੁਟਕਲਾ ਤੁਹਾਨੂੰ ਸੁਣਾਉਣਾ। ਇੱਕ ਬੰਦੇ ਨੇ ਸੁਣਾਇਆ ਕਹਿੰਦਾ ਇੱਕ ਬੰਦਾ ਕਿੱਕਰ ਦੇ ਨਾਲ ਕਿਸੇ ਬੰਦੇ ਨੂੰ ਨੂੜੀ ਤੁਰਿਆ ਜਾਵੇ ਬੰਦਾ ਆਰਾਮ ਨਾਲ ਖੜਾ ਉਹਨੂੰ ਬੰਨੀ ਜਾਵੇ। ਉਹ ਕਹਿੰਦਾ ਇਹਨੂੰ ਕਿਉਂ ਨੂੜੀ ਜਾਣਾ? ਕਹਿੰਦਾ ਤੂੰ ਆਰਾਮ ਨਾਲ ਤੁਰਿਆ ਜਾ ਸਾਡੀ ਆਪ ਦੀ ਲੜਾਈ ਆ। ਉਹ ਫਿਰ ਦੱਸ ਕਹਿੰਦਾ ਨਹੀਂ ਦੱਸ ਕਿਉਂ ਬੰਦਾ? ਕਹਿੰਦਾ ਬੰਦਾ ਅੱਲਾ ਸੁਣ ਲਾ। ਕਹਿੰਦਾ ਇਹ ਕਵੀ ਮੈਂ ਵੀ ਕਵੀ ਆ। ਇਹਨੇ ਆਪ ਦੀ ਕਵਿਤਾ ਸੁਣਾ ਲਈ ਜਦੋਂ ਮੇਰੀ ਆਈ ਤੁਰ ਚੱਲਿਆ ਵਾਰੀ ਦੇ। मेरी मेरी करन वालिया मेरी मेरी करन वालिया कदे फिक्र नहीं करिया। मेरी मेरी करन वालिया कदे फिक्र नहीं करिया। तू एक दिन तुर जाना तू एक दिन तुर जाना मेला छड्ड के भरिया। तू एक दिन तुर जाना मेला छड्ड के भरिया। माया दे विच उलझिया फिरदा नाल तेरे नहीं जानी। माया दे विच उलझिया फिरदा नाल तेरे नहीं जानी। बहुता चिर नहीं रखना घर विच मुक गई जदों कहानी। माया दे विच उलझिया फिरदा नाल तेरे नहीं जानी। बहुता चिर नहीं रखना घर विच मुक गई जदों कहानी। सिरजणहारे साईं कोलों सिरजणहारे साईं कोलों तू ना कदे भी डरिया। एक दिन तुर जाना मेला छड्ड के भरिया। तू एक दिन तुर जाना मेला छड्ड के भरिया। ऐसा कर्म कमाला मगरों याद करन तेनू लोकी। ऐसा कर्म कमाला मगरों याद करन तेनू लोकी। कुछ नहीं आउणा सॉरी जी कुछ नहीं आउणा हथ विच तेरे शान विखा के फोकी। ऐसा कर्म कमाला मगरों याद कर तेनू लोकी। कुछ नहीं आउणा हथ विच तेरे शान विखा के फोकी। हुक्म खुदा दा आ जाना जद हुक्म खुदा दा आ जाना सब कुछ रह जू धरिया। तू एक दिन तुर जाना मेला छड्ड के भरिया। तू एक दिन तुर जाना मेला छड्ड के भरिया। लोड़वंदां दी सेवा करके चंगा कर्म कमा लै। लोड़वंदां दी सेवा करके चंगा कर्म कमा लै। गुरुआं दी गुरबाणी पढ़ के जीवन सफल बना लै। लोड़वंदां दी सेवा करके चंगा कर्म कमा लै। गुरुआं दी गुरबाणी पढ़ के जीवन सफल बना लै। जिसने परोपकार कमाए जिसने परोपकार कमाए ओ पव सागर तरिया। तू एक दिन तुर जाना मेला छड्ड के भरिया। तू एक दिन तुर जाना मेला छड्ड के भरिया। भला मनुखता दा जो कर दे दुनिया चेते कर दी। भला मनुखता दा जो कर दे दुनिया चेते कर दी। इस जग दे दिलदार कमाऊ सबना दी हमदर्दी। भला मनुखता दा जो कर दे दुनिया चेते कर दी। इस जग दे दिलदार कमाऊ सबना दी हमदर्दी। जो हो जावे अमर जग ते ओ कदे नहीं मरिया। तू एक दिन तुर जाना मेला छड्ड के भरिया। तू एक दिन तुर जाना मेला छड्ड के भरिया। मापे धीआं तोड़ दिंदे रखदे पुत्तां नूं हिक नाल ला के। मापे धीआं तोड़ दिंदे रखदे पुत्तां नूं हिक नाल ला के। ताके बनन सहारा ए साडा अंत वेले नूं आके। ताके बनन सहारा ए साडा अंत वेले नूं आके। की जिउना पुत्तां दा की जिउना पुत्तां दा जो ना अंत वेले स्वीकारे। की जिउना पुत्तां दा जो ना अंत वेले स्वीकारे। भुखे तड़फन रोटी तो भुखे तड़फन रोटी तो भुखे तड़फन रोटी तो जिन्ना भुखे रह पुत पाले। हो जाऊ इन्नी बेकदरी ना सी आया ख्वाब ख्याले। हो जाऊ इन्नी बेकदरी ना सी आया ख्वाब ख्याले।
अज जित के हार गए, अज जित के हार गए, जद लगे आन किनारे, की जिउना पुत्तां दा जो न अंत वेले स्वीकारे, की जिउना पुत्तां दा जो न अंत वेले स्वीकारे। अख रख दे दौलत ते, अख रख दे दौलत ते, ना कोई कदर ना ने जानी, नित कौं कौं करदा ए, एदी मुक जाए राम कहानी। मरिया ते रोंदे ना, मरिया ते रोंदे ना, करदे चोज नियारे, की जिउना पुत्तां दा जो न अंत वेले स्वीकारे। जा लांबू ला दिता, जा लांबू ला दिता, कर गया बुढ़ा बाप चढ़ाई, सिवा ठंडा होया ना, कर विच लगी होन लड़ाई। पुत बंडियां पाउंदे ने, पुत बंडियां पाउंदे ने, तियां रोवन रंजू खारे, की जिउना पुत्तां दा जो न अंत वेले स्वीकारे, की जिउना पुत्तां दा जो न अंत वेले स्वीकारे। ओ भी सरबन पुत्तर सी जो मापियां दी कर गया सेवा, ओ सरबन पुत्तर सी जो मापियां दी कर गया सेवा। सारी दुनिया कहंदी ए सेवा नूं मिलदा मेवा, सारी दुनिया कहंदी ए सेवा नूं मिलदा मेवा। जे पुत सरबन बन जावन, जे पुत सरबन बन जावन, ना कोई मापियां नूं दरकारे, की जिउना पुत्तां दा जो न अंत वेले स्वीकारे, की जिउना पुत्तां दा जो न अंत वेले स्वीकारे। वाहिगुरू जी का खालसा, वाहिगुरू जी की फतेह। सब तो पहला गोयल परिवार और ट्रस्ट को इस गल दियां बहुत बहुत मुबारक कि वो पिंड माणूके दे विच एक नवी किस्म का सभ्याचार जिसकी कि बहुत लोड़ आ उन्होंने पैदा करने लई हमला मार रहे आ ते उन्हां नाल जिहड़े उन्हां दे साथी जुड़े ने उन्होंने भी इस गल दियां बहुत बहुत मुबारक। हुण मैं बच्चों नाल सीधी गलबात करनी चाहांगा। बच्चों मैं स्टेज तो नोट कर रहा तुहाडीआं गल्लां मुक नहीं रही हैगियां। मैं ये सोचता हूँ कि सानू बोलना किवें आ इहदी एक ट्रेनिंग हुंदी आ, सिखाया जाता वख-वख स्कूलों च कॉलेजां च। सुनना किवें आ इहदी कोई ट्रेनिंग नहीं हैगी। सो उस करके मैनूं लगदा कि जदों असीं इत्थों गल्लां करदे हां स्टेज तो ते तुहाडीआं अपणीआं गल्लां शुरू हो जांदियां। ओह मुंडे हुण थोड़ा एक तरह नाल दो ही गल्लां करांगे तुहाडे नाल, फिर मैं अपनी गल ते आवांगा। मुंडियां ते कुड़ियां दा एक कंपीटीशन रख लैंदे कि किहड़ा गल्लां नहीं मरेगा। दूसरा एक बहुत सादा या फार्मूला कि जदों कोई बंदा बोलदा होवे, चाहे वो तुहाडा टीचर होवे चाहे पेरेंट्स होण कोई भी होवे, तां ओहदे वल देखिया करो, ओहदियां अखां 'च अखां पा के देखिया करो, फिर तुहाडा जिहड़ा ध्यान आ वो आसे पासे नहीं जाएगा। समझ रहे हो ना? सो बेटा जे तुहानूं सुणन दी प्रैक्टिस होगी ना तां पता नहीं तुसीं किड्डे वड्डे ऑफिसर, किड्डे वड्डे नेता, किन्ने वड्डे सफल बिजनेसमैन बन सकदे हो। हुण इह है कि शब्द साडे सिरां चों इधर उधर तिलक के डिग्गी जांदे आ। बच्चों को एक सवाल होर, तुहाडे तुसीं किते किते पैसे जोड़दे हो, तुहाडे कोल गल्ला वगैरह हैगा? वाह जी वाह। जदों इह पैसे पाउंदे आ खुशी होंदी है, टणका के देखते हो, राइट। एक होर बैंक हैगी आ, पहले तो गल्ला हुंदा उदों बैंक हुंदी है ना अपने सारे पिंडां 'च। एक होर बैंक हुंदी है जिहड़ी तुहाडे कोले हैगी आ पर तुसीं ਉਹਦੇ ਬਾਰੇ ਕਿਤੇ ਸੁਚੇਤ ਨਹੀਂ ਹੋਏ। ਉਹ ਹੈਗਾ ਤੁਹਾਡਾ ਦਿਮਾਗ। ਦਿਮਾਗ ਤੁਹਾਡੀ ਇੱਕ ਬੈਂਕ ਹੈਗੀ ਆ ਔਰ ਉਹਦੇ 'ਚ ਰੁਪਈਏ ਪਤਾ ਕਿਹੜੇ ਆ? ਸ਼ਬਦਾਂ ਦੇ। ਸਾਡੀ ਬੈਂਕ ਦੇ ਵਿੱਚ ਜਿੰਨੇ ਪੈਸੇ ਜਮ੍ਹਾਂ ਹੋਣਗੇ ਅਸੀਂ ਆਪਣੇ ਆਪ ਨੂੰ ਅਮੀਰ ਮੰਨਦੇ ਆ ਨਾ। ਸਰਦਾਰ ਰਛਪਾਲ ਸਿੰਘ ਜੀ ਹੋਰਾਂ ਨੇ ਇਹ ਉਹ ਬੰਦੇ ਨੇ ਜਿਹੜੇ ਸਾਨੂੰ ਪਹਿਲੀ ਜਿਹੜੀ 4-5 ਬੰਦਿਆਂ ਨੇ ਡੋਨੇਸ਼ਨ ਦਿੱਤੀ ਸੀ, ਉਹਨਾਂ 'ਚ ਸਰਦਾਰ ਰਛਪਾਲ ਸਿੰਘ ਜੀ ਵੀ ਸ਼ਾਮਲ ਸੀਗੇ। ਇਹਨਾਂ ਨਾਲ ਤਾੜੀਆਂ ਜ਼ਰੂਰ ਮਾਰੋ। ਸਾਡੇ ਲਈ ਇਹ ਗੇਮ ਨਾ ਬੜੀ ਘਿਓ ਵਾਂਗੂ ਲੱਗੀ ਕਿਉਂਕਿ ਉਹ ਸਾਡੇ ਪਿੰਡ ਲੜਨ ਝਗੜਨ ਦਾ ਮਾਹੌਲ ਸੀ ਤੇ ਉਹਨਾਂ ਨੂੰ ਜਿਹੜਾ ਕਨਵਰਟ ਕਰ ਦਿੱਤਾ ਗਿਆ ਇਸ ਗੇਮ ਦੇ ਵਿੱਚ ਕਿ ਲੜਨਾ ਤਾਂ ਹੈਗਾ ਹੀ ਆ, ਹੁਣ ਤੁਸੀਂ ਇਹਦੇ ਵਿੱਚ ਆ ਕੇ ਲੜ ਲਓ। ਤਾਂ ਬਹੁਤ ਛੇਤੀ ਸਾਡੇ ਰਿਜ਼ਲਟ ਆਉਣ ਲੱਗ ਗਏ, ਪਹਿਲਾਂ ਸਟੇਟ ਲੈਵਲ ਤੇ ਫਿਰ ਨੈਸ਼ਨਲ ਲੈਵਲ ਤੇ
ਫਿਰ ਇੰਟਰਨੈਸ਼ਨਲ ਲੈਵਲ ਤੇ 2013 ਦੇ ਵਿੱਚ ਪਹਿਲਾ ਮੈਡਲ ਯੂਥ ਵਰਲਡ ਚੈਂਪੀਅਨਸ਼ਿਪ ਚੋਂ ਆਇਆ ਸੀਗਾ। 2015 ਦੇ ਵਿੱਚ ਉਹ ਲੜਕੀ ਵਰਲਡ ਚੈਂਪੀਅਨ ਬਣੀ ਜਿਹੜੀ ਤੀਸਰੀ ਕਲਾਸ ਦੇ ਵਿੱਚ ਜਦੋਂ ਉਹ ਸੀਗੀ ਉਦੋਂ ਆਉਣ ਲੱਗੀ ਸੀ, ਔਰ 12ਵੀਂ ਤੱਕ ਜਾਂਦੇ 2015 ਦੇ ਵਿੱਚ ਉਹ ਪੂਰੀ ਦੁਨੀਆ ਦੀ ਸਭ ਤੋਂ ਤਕੜੀ ਕੁੜੀ ਇਸ ਖੇਡ ਦੇ ਵਿੱਚ ਮੰਨੀ ਗਈ, ਔਰ ਏਸ਼ੀਆ ਦੀ ਉਹ ਬਿਹਤਰੀਨ ਮੁੱਕੇਬਾਜ਼ ਉਹਨੂੰ ਘੋਸ਼ਿਤ ਕੀਤਾ ਗਿਆ। ਸਾਡੇ ਤਾਂ ਚਲੋ ਸੀਵਰੇਜ ਨਾਲ ਥੋੜਾ ਜਿਹਾ ਮਾਹੌਲ ਸੁਧਰਿਆ। ਪਹਿਲਾਂ ਤਾਂ ਐਂ ਹੁੰਦਾ ਪਿੰਡਾਂ ਵਾਲਿਆਂ ਨੂੰ ਇਹਦਾ ਕੀ ਫਾਇਦਾ ਇਹਦੇ 'ਚ, ਉਹਦਾ ਪੂਰਾ ਦਿਮਾਗ ਲਾਉਂਦੇ ਆ ਵੀ ਇਹਦਾ ਫਾਇਦਾ ਕੀ, ਉਹ ਲੱਭੋ। ਠੀਕ ਹੈ, ਮੈਂ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਰਦਾ ਕਿ ਸਾਡੇ ਕਿਸੇ ਵੀ ਪਿੰਡ ਦੇ ਅਸੀਂ ਵਸਨੀਕ ਆ, ਜੇ ਉਸ ਪਿੰਡ 'ਚ ਕੋਈ ਬੰਦਾ ਕੋਈ ਕੰਮ ਕਰ ਰਿਹਾ ਹੈਗਾ ਉਹਨੂੰ ਹੱਲਾਸ਼ੇਰੀ ਦਿਓ, ਉਹਨੂੰ ਉਹਦਾ ਮੋਢਾ ਥਾਪੜੋ। ਸਾਡੇ ਖੜੇ ਹੋ ਜਾਂਦੇ ਆ ਵੀ ਇਹਨੂੰ ਤਾਂ ਵਧਣ ਨਹੀਂ ਦੇਣਾ, ਕਾਮਯਾਬ ਨਹੀਂ ਹੋਣ ਦੇਣਾ। ਆ ਲਾਇਬ੍ਰੇਰੀ ਖੋਲੀ ਆ, ਪਤਾ ਨਹੀਂ ਗੋਲਡੀ ਹੋਣਾ ਨਹੀਂ ਕੀ ਖੱਟਣਾ ਇਹਦੇ ਚੋਂ। ਠੀਕ ਆ, ਸੋ ਸਾਨੂੰ ਇਹ ਸੋਚ ਬਦਲਣੀ ਪਊਗੀ। ਜਦੋਂ ਸਾਡੀ ਇਹ ਸੋਚ ਬਦਲੂਗੀ, ਮਾਹੌਲ ਬਦਲੇਗਾ ਤਾਂ ਸਾਡੇ ਪੰਜਾਬ ਦੇ ਵਿੱਚੋਂ ਵੀ ਆਫੀਸਰ ਪੈਦਾ ਹੋਣਗੇ, ਚੰਗੇ ਨੇਤਾ ਪੈਦਾ ਹੋਣਗੇ, ਨਾ ਕਿ ਕੈਨੇਡਾ ਦੇ ਮਜ਼ਦੂਰ ਪੈਦਾ ਹੋਣਗੇ। ਸਮਝ ਰਹੇ ਹੋ ਨਾ? ਹੁਣ ਅਸੀਂ ਕੈਨੇਡਾ ਦੇ ਮਜ਼ਦੂਰ ਪੈਦਾ ਕਰਕੇ ਦੇ ਰਹੇ ਹਾਂ ਆਪਣੇ ਲਾਡਲਿਆਂ ਨੂੰ। ਮੇਰਾ ਖਿਆਲ ਆ ਕੁਛ ਬਲਬਲਾ ਸ਼ਾਇਦ ਇਸ ਪਿੰਡ ਨੂੰ ਕੋਈ ਫਾਇਦਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ। ਇਸ ਚੰਨਣ ਸਿੰਘ ਸੰਧੂ ਸੀਗੇ ਗੰਡੇ ਕੇ ਪਾਸੇ ਆਪਣੇ, ਉਹਨਾਂ ਦੀ ਭਰਾ ਸੀਗਾ ਉਹਨਾਂ ਦਾ ਬਰਿਸਟਰ, ਉਹਦੀ ਜਿਹੜੀ ਘਰ ਵਾਲੀ ਸੀ ਨਾ ਸੰਧੂ ਸਾਹਿਬ, ਉਹ ਚੀਫ ਆਪਣੇ ਜਸਟਿਸ ਹੋਈ ਹੈ ਹਾਈ ਕੋਰਟ ਦੀ। ਉੱਥੇ ਉਹਦਾ ਫੋਟੋ ਲੱਗਿਆ ਵਾ ਸੰਧੂ ਸਾਹਿਬ ਦਾ, ਮਾਨੂਕੇ ਦਾ। ਯਾਨੀ ਕਿ ਇਹ ਉਹ ਪਿੰਡ ਹੈ ਜਿਸ ਪਿੰਡ ਦਾ ਸਾਬੂ ਸਾਹਿਬ ਹੋਇਆ, ਜਿਸ ਨੇ ਬਿਜਲੀ ਦਵਾਈ ਪਿੰਡ ਨੂੰ ITI ਬਣਾਇਆ। ਮੈਂ ਵੀ ਉਸ ITI ਦਾ ਪ੍ਰੈਜ਼ੀਡੈਂਟ ਸੀ ਜਿਹੜਾ ਬਣਾਇਆ, ਮਾਨੂਕੇ ਫੋਕਲ ਪੁਆਇੰਟ ਬਣਾਇਆ। ਮੈਨੇ ਆਪਦੇ ਸਰਪੰਚ ਹੁੰਦੇ ਹੋਏ ਟਾਈਮ ਦੇ ਵਿੱਚ ਸਕੂਲ +2 ਕਰਾਇਆ, ਪਰ ਉਸ ਤੋਂ ਬਾਅਦ ਸਾਡੇ ਪਿੰਡ ਦਾ ਕੋਈ ਤਰੱਕੀ ਨਹੀਂ ਹੋਈ। ਯਾਨੀ ਸਾਡਾ ਵਿਚਾਰ ਸੀ ਇਹ ਵੀ ਇੱਥੇ ਇੱਕ ਕੁੜੀਆਂ ਦਾ ਕਾਲਜ ਲਿਆਂਦਾ ਜਾਵੇ, ਪਰ ਉਹ ਨਹੀਂ ਹੋ ਸਕਿਆ। ਜੇ ਉਹ ਹੋ ਜੇ ਬਹੁਤ ਵਧੀਆ। ਮੈਂ ਤਾਂ ਇਹ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰੂੰਗਾ ਬਈ ਉਹ ਕਰਾ ਦਿਓ ਸਾਡਾ ਸੰਧੂ ਸਾਹਿਬ। ਕਾਲਜ ਵੀ ਤਾਂ ਹੀ ਬਚਣਗੇ ਜੇ ਸਾਡੇ ਬੱਚੇ ਰਹਿਣਗੇ ਇੱਥੇ। ਕਾਲਜ ਤਾਂ ਹੁਣ ਪਹਿਲਾਂ ਵਾਲਿਆਂ ਨੂੰ ਲੋਕ ਲੱਗਣੇ ਸ਼ੁਰੂ ਹੋ ਰਹੇ ਆ। ਸੰਧੂ ਸਾਹਿਬ ਐਡੀਐਮ ਵੀ ਤੁਹਾਡੇ ਪਿੰਡ ਦੇ ਸੀ। ਸੋ ਹਾਂਜੀ ਦੇਖੋ ਐਸਡੀਐਮ ਸਾਹਿਬ ਹੋਇਆ ਇਹ, ਹਾਂ ਐਸਡੀਐਮ ਸਾਹਿਬ ਹਰਜਨ ਸਿੰਘ ਜੀ। ਸੋ ਗੱਲ ਇਹ ਆ ਵੀ ਸਿੱਧੇ ਨਹੀਂ ਤਾਂ ਅਸਿੱਧੇ ਤੌਰ ਤੇ ਸਾਡੇ ਪਿੰਡ ਨੂੰ ਇਹਨਾਂ ਗੱਲਾਂ ਦਾ ਫਾਇਦਾ ਹੁੰਦਾ। ਸਾਡੇ ਬੱਚਿਆਂ ਦੇ ਕੰਨਾਂ 'ਚ ਇੱਕ ਬੋਲ ਪਾਈਦਾ ਵੀ ਉਹ ਫਲਾਨਿਆਂ ਦਾ ਬੰਦਾ ਆਫੀਸਰ ਐਸਡੀਐਮ ਆ, ਚੀਫ ਜਸਟਿਸ। ਨਹੀਂ ਤਾਂ ਅਸੀਂ ਇਹ ਸ਼ਬਦ ਸਾਡੇ ਕੰਨਾਂ 'ਚ ਨਹੀਂ ਜਾਂਦੇ। ਬੇਟੇ ਸਮਝ ਰਹੇ ਹੋ ਨਾ? ਬੜੇ ਹੀ ਪਰਪੱਕ ਸੁਭਾਅ ਦੇ ਨਾਲ ਤੁਸੀਂ ਆਪਣੇ ਵਿਚਾਰਾਂ ਦੀ ਬੱਚਿਆਂ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਾਂਝ ਪਾਈ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਰਦੂਲ ਸਿੰਘ ਜੀ ਲੱਖਾ ਉਹ ਜਲਦੀ ਤੋਂ ਜਲਦੀ ਆ ਕੇ ਆਪਣੀ ਹਾਜ਼ਰੀ ਲਵਾ ਲੈਣ। ਅਧਿਆਪਕ ਜਾਂ ਸਭ ਤੋਂ ਉੱਚਾ ਨਾਗਰਿਕ, ਅਧਿਆਪਕ ਉੱਚਾ ਸਭ ਤੋਂ ਉੱਚਾ ਨਾਗਰਿਕ, ਦੇਸ਼ ਦਾ ਉਸਰਈਆ, ਰਾਹ ਦਸੇਰਾ, ਮੋਮਬੱਤੀ ਵਾਂਗੂ ਜਲ ਕੇ ਚਾਨਣ ਵੰਡਦਾ। ਜੇ ਅਧਿਆਪਕ ਕੌਮ ਦੀ ਪੌੜੀ ਦਾ ਹੇਠਲਾ ਟੰਬਾ ਰਹਿ ਜਾਵੇ, ਜੇ ਅਧਿਆਪਕ ਕੌਮ ਦੀ ਪੌੜੀ ਦਾ ਹੇਠਲਾ ਟੰਬਾ ਰਹਿ ਜਾਵੇ, ਜੇ ਸਕੂਲ ਵਿੱਚ ਆਉਂਦਾ ਨਾਲ ਲੈ ਆਵੇ ਤੰਗੀਆਂ ਤੁਰਛੀਆਂ ਕਲੇਸ਼, ਜਾਂ ਫਿਰ ਇਹੋ ਜਿਹੇ ਬੋਲ ਓਏ ਮਾਸਟਰ, ਜਾਂ ਫਿਰ ਇਹੋ ਜਿਹੇ ਬੋਲ ਓਏ ਮਾਸਟਰਾ। ਸਕੂਲ ਵਿੱਚ ਮਸਰਾਂ ਦੀ ਦਾਲ ਦੇ ਦਾਣੇ ਗਿਣਦਾ ਨਹੀਂ, ਸਕੂਲ ਵਿੱਚ ਮਸਰਾਂ ਦੀ ਦਾਲ ਦੇ ਦਾਣੇ ਗਿਣਦਾ ਫਿਰੇ, ਉੱਥੇ ਬੱਚੇ ਹੱਸਦੇ ਗੇਟ ਨਹੀਂ ਲੰਘਦੇ, ਉੱਥੇ ਬੱਚੇ ਹੱਸਦੇ ਗੇਟ ਨਹੀਂ ਲੰਘਦੇ। ਅਧਿਆਪਕ ਦੇ ਚਿਹਰੇ ਤੋਂ ਦੇਸ਼ ਦਾ ਭਵਿੱਖ ਨਹੀਂ ਦੇਖਦੇ।
ਸਕੂਲ ਜੇਲ੍ਹ ਹੋ ਜਾਂਦਾ ਤੇ ਛੁੱਟੀ ਰਿਹਾਈ। हे अध्यापक ਉੱਠ, ਨਿੰਮੋ ਝੂਣਾ ਨਿੰਮੋ ਝੂਣਤਾ ਛੱਡ, ਸਹਿਕ ਦੀ ਕੌਮ ਚ ਕੋਈ ਫੂਕ ਮਾਰ ਖੜੀ ਹੋ ਜਾਵੇ। ਇਸ ਗਲੇ ਸੜੇ ਸਮਾਜ ਦੀ ਅਰਥੀ ਉਠਾ ਤੇ ਫੂਕ ਦੇ। ਅਧਿਆਪਕ हे अध्यापक। ਥੈਂਕ ਯੂ। पहला शेर है भरोसा। की करिए किसे ते भरोसा यारो, लोकी बड़े ही शातर ने, बस मतलब दा रखो तालमेल यारो, क्योंकि अजकल गवांढ विच ही कातल ने। जालम हो गए लोग ओ यारो, पूरा तरस न करते ने, आपसी दुश्मनियां अजकल यारो मासूम बच्चों नूं मार के करते ने। जरनैल सायरा बिरले ही होणगे वफादार इत्थे, कई दिलों में नफरत रख के उत्तों जताउंदे देखे ने प्यार इत्थे, उत्तों जताउंदे देखे ने प्यार इत्थे। मंदिरां गुरुद्वारियां च अजकल हुंदे बलात्कार ने, मंदिरां गुरुद्वारियां च अजकल हुंदे बलात्कार ने, राजनीतिक बंदे ही बनते अहुदेदार ने। आम बंदे नूं इत्थे कोई नहीं पुछदा, अपना अपना कह के इत्थे हर कोई लुटदा। भावें लख मुसीबतां आउण मेरे देश के माड़े लीडरां करके, अन्ने भगतां दे विचों राजनीति वाला कीड़ा नहीं मुकदा, अन्ने भगतां दे विचों राजनीति वाला कीड़ा नहीं मुकदा। सो एक शेर, मां ते छावां तां भावें लख होणगियां, पर मां वर्गी ना कोई गूढ़ी छां, बच्चियां नूं पावे सुक्की थां ते, पर आप गिले थे पै जावे मां। अपनी छाती दा दुध पिलाउंदी, भावें आप भुखी रह जावे मां। बच्चियां नूं दर्द ना कोई होण देवे, भावें आप रोज दवाई खावे मां। हर लोड़ बच्चियां दी पूरी करदी, भावें आप इक्को सूट हंडावे मां। तत्ती वाह ना कदे लगन देवे, भावें आप टोटे टोटे हो जावे मां। जरनैल मानू के मां दा देन नहीं कोई दे सकदा, ना कोई लै सकदा मां बाली थां, ना कोई लै सकदा मां बाली थां। सो एक शेर हुणी लिखिया सी जिवें मां बोली दी गल चलदी सी। मां बोली पंजाबी बड़ी प्यारी बोली, शब्दां विच मां बोली नूं सवार दईए। मापियां नूं ना मारो धक्के, विच बुढ़ापे प्यार दईए। प्यार नाल सारे रल मिल चलो, नफरत दिलां चों विसार दईए। जरनैल सायरा नीवा होके चली, हंकार अंदरों मार दईए, हंकार अंदरों मार दईए। धन्नवाद। वाहिगुरू जी का खालसा, वाहिगुरू जी की फतेह। सो स्टेज ਸਕੱਤਰ ਨੂੰ ਇਹ ਮਜਬੂਰੀ ਬਣ ਜਾਂਦੀ ਹੈ ਜਦੋਂ ਸਮਾਂ ਸੀਮਿਤ ਹੁੰਦਾ, ਬਹੁਤ ਕੁਝ ਦੇਖਣਾ ਪੈਂਦਾ। तो इस करके मैं बेनती करता हूँ, एक कुदरती गल है जो कोई बुलारा सामने बैठा होंगे तो वो दिमाग च यही चलती है बस कर हूँ, जो वो इतने आ जाता फिर वो कहना मैं दूसरी भी सुना दी। एक कुदरती है। सो इस करके स्टेज ਸਕੱਤਰ ਨੂੰ मजबूरी बन जाती है समा देखने। थैंक यू सर, थैंक यू। तो हुण साडियां जो भैणां सिलाई सेंटर करके उन्होंने सम्मान करांगे। उस तो पहला ट्रस्ट वालों शब्द अदब साहित्य सभा वालों भाई यशपाल सिंह जी जो इस प्रधान ने, वो सीमित शब्दों के साडे मेहमानों का समूह आए पाठकों का धन्यवाद करनगे। भाई यशपाल सिंह जी चेयरमैन राजकुमार गोयल जी ट्रस्ट मानूके ते उन्हां दी याद विच बनाए सिलाई सेंटर ਅਤੇ शब्द अदब ਸਾਹਿਤ सभा मानूके सारियां ही संस्थावां ਵੱਲੋਂ ਸਾਡੇ ਮੁੱਖ ਮਹਿਮਾਨ सरदार हरवंश सिंह जी अखाड़ा, सरदार अमरीक सिंह जी तलवंडी, प्रिंसिपल बलवंत सिंह जी संधू, उस तो अलावा समय की कमी होने करके सारे नौ मैं ना लवा, फिर भी सिंधा जी
ਚੇਅਰਮੈਨੀ ਪ੍ਰਧਾਨਗੀ ਦੇ ਮਤਹਿਤ ਹੀ ਅੱਜ ਦਾ ਸਮਾਗਮ ਸਫਲ ਹੋ ਸਕਿਆ। ਪਰਿਵਾਰ ਵੱਲੋਂ ਇੰਨਾ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਲਾਇਬ੍ਰੇਰੀ ਲਈ, ਸਿਲਾਈ ਸੈਂਟਰ ਲਈ ਔਰ ਸਾਹਿਤਕ ਕੰਮਾਂ ਲਈ। ਬਹੁਤ ਘੱਟ ਜਿਹੜੇ ਪਰਿਵਾਰ ਆਪਣੇ ਵੱਡਿਆਂ ਦੀਆਂ ਯਾਦਾਂ ਮਨਾਉਂਦੇ ਨੇ, ਅਕਸਰ ਕੋਈ ਭੰਡਾਰਾ ਕਰਦਾ, ਕੋਈ ਕੁਛ ਕਰਦਾ, ਆਪਣੇ ਆਪਣੇ ਹਿਸਾਬ ਨਾਲ ਸਾਰੇ ਕਰਦੇ ਨੇ, ਪਰ ਕਿਸੇ ਸਾਹਿਤਕ ਹਸਤੀਆਂ ਨੂੰ ਬੁਲਾਉਣਾ ਔਰ ਉਹਨਾਂ ਦਾ ਸਨਮਾਨ ਕਰਨਾ, ਸਨਮਾਨ ਦਾ ਮਤਲਬ ਸਾਡਾ ਪਿਆਰੇ ਬੱਚਿਓ ਇਹਨਾਂ ਤੋਂ ਸਿੱਖਣ ਦਾ ਸੀ। ਬਹੁਤ ਹੀ ਸੋਚ ਵਿਚਾਰ ਕੇ ਪਰਿਵਾਰ ਨੇ ਤੇ ਸਾਰੇ ਆਦਮੀ ਸਾਥੀਆਂ ਨੇ ਇਹ ਸੋਚ ਕੇ ਕਿ ਅਜਿਹੀਆਂ ਹਸਤੀਆਂ ਨੂੰ ਬੁਲਾਇਆ ਜਾਵੇ ਜਿਨ੍ਹਾਂ ਤੋਂ ਆਪਾਂ ਵੀ ਤੇ ਬੱਚੇ ਵੀ ਕੁਝ ਸਿੱਖ ਸਕਣ ਕਿ ਲੇਖਕਾਂ ਜਾਂ ਕਵੀਆਂ ਨੂੰ ਪੈਗੰਬਰਾਂ ਦਾ ਰੂਪ ਲੋਕਾਂ ਨੇ ਮੰਨਿਆ। ਔਰ ਇਸ ਤੋਂ ਵੀ ਵੱਡੀ ਗੱਲ, ਜੇ ਉਹ ਲੇਖਕ, ਪੈਗੰਬਰ, ਅਧਿਆਪਕ ਆਪਣੇ ਸ਼ਬਦਾਂ ਨੂੰ ਅਮਲੀ ਜਾਮਾ ਪਹਿਨਾ ਦੇਣ ਤਾਂ ਇਹ ਕਰਾਮਾਤ ਕਿਹਾ ਗਿਆ ਆਪਣੇ ਇਤਿਹਾਸ ਦੇ ਵਿੱਚ। ਔਰ ਉਹਨਾਂ ਨੂੰ ਦੁਬਾਰਾ ਸਕੂਲਾਂ 'ਚ ਲਿਆ ਕੇ ਪੜ੍ਹਾ ਕੇ ਓਲੰਪਿਕ ਤੱਕ ਪਹੁੰਚਾਉਣਾ। ਓਲੰਪਿਕ ਸ਼ਬਦ ਸੁਣ ਕੇ ਬੰਦੇ ਨੂੰ ਕਾਂਬਾ ਛੱਡ ਜਾਂਦਾ। ਦੇ ਨਾਤੇ ਸਾਡੇ ਰਾਜਾ ਜੀ ਬੈਠੇ ਆ, ਉਹਨਾਂ ਨੂੰ ਵੀ ਸ਼ਹਿਰ ਦੇ ਵਿੱਚ ਜਗਰਾਉਂ ਰਾਜਾ ਜੀ ਵੀ ਕਹਿੰਦੇ ਸੀ ਵੀ ਰਾਜਾ ਮਾਣੂਕੇ ਵਾਲਾ ਆੜ੍ਹਤੀਆ। ਮੈਨੂੰ ਉਦੋਂ ਬੜੀ ਹੈਰਾਨੀ ਹੋਈ ਜਦੋਂ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਉਹ ਸ਼ਖਸ ਜਿਹਦੇ ਨਾਲ ਤੁਹਾਡੀ ਇੰਨਾ ਪਿਆਰ ਆ, ਤੁਹਾਡੀ ਆੜੀ ਆ, ਇਹ ਬਹੁਤ ਪੱਕੀ ਸ਼ਖਸੀਅਤ ਆ, ਇਹ ਸਿਰਫ ਆੜ੍ਹਤੀਏ ਜਾਂ ਵਪਾਰੀ ਨਹੀਂ ਹੈਗੇ। ਤੇ ਮੈਨੂੰ ਉਹਨਾਂ ਦਾ ਸਾਥ ਮੰਨਣ ਦਾ ਮੌਕਾ ਮਿਲਿਆ। ਜਿਵੇਂ ਹੁਣ ਮੈਂ ਬਲਵੰਤ ਸਿੰਘ ਨਾਲ ਬਚਪਨ ਤੋਂ ਦੇਖਦਾ ਹੋਣਾ, ਨਹੀਂ ਤਾਂ ਆਮ ਲੋਕਾਂ ਦਾ ਇਹ ਹੁੰਦਾ ਵੀ ਪਿੰਡਾਂ ਦੇ ਵਿੱਚ ਇੱਕ ਦੂਜੇ ਦੀਆਂ ਕਮੀਆਂ ਲੋਕ ਦੇਖਦੇ ਆ, ਪਰ ਇਹ ਤੁਹਾਡੇ ਦੇਖਣ ਦੀ ਨੀਅਤ ਆ, ਤੁਹਾਡੀ ਬਿਰਤੀ ਆ, ਇਹ ਜਿਹੜੀ ਤੁਹਾਨੂੰ ਸਹਿਜ ਦੇ ਵਿੱਚ ਲੈ ਜਾਂਦੀ ਆ। ਤੁਸੀਂ ਕਿਸੇ ਚੀਜ਼ ਨੂੰ ਧਿਆਨ ਨਾਲ ਸੁਣ ਸਕਦੇ ਹੋ। ਸਰੋਤਾ ਹੋਣਾ, ਪਾਠਕ ਹੋਣਾ, ਲੇਖਕ ਹੋਣ ਨਾਲੋਂ ਕੋਈ ਘੱਟ ਗੱਲ ਨਹੀਂ ਹੈ। ਜੇ ਕੋਈ ਇਸ ਚੀਜ਼ ਨੂੰ ਸਮਝ ਲਵੇ ਬਹੁਤ ਵੱਡੀ ਗੱਲ ਆ। ਕਿਤਾਬਾਂ ਦੀ ਲਾਇਬ੍ਰੇਰੀ ਵੀ ਇਸੇ ਕਰਕੇ ਖੁੱਲ੍ਹ ਗਈ, ਕਿਤਾਬਾਂ ਦੇ ਨਾਲ ਜੋੜਨ ਦਾ ਉਪਰਾਲਾ ਵੀ ਇਹ ਬਾਬੂ ਜੀ ਦੀਆਂ ਯਾਦਾਂ ਨੂੰ ਤਾਜ਼ਾ ਰੱਖਣ ਲਈ ਸਾਰਿਆਂ ਨੇ ਇਹ ਸੋਚਿਆ ਸੀ। ਕਿਉਂਕਿ ਇੱਥੇ ਸਿਲਾਈ ਸੈਂਟਰ ਵੀ ਚੱਲਦਾ, ਉਸ ਬੱਚਿਆਂ ਨੂੰ, ਉਹਨਾਂ ਬੱਚਿਆਂ ਨੂੰ ਸਾਡੇ ਮਹਿਮਾਨ ਸਰਟੀਫਿਕੇਟ ਪ੍ਰਦਾਨ ਕਰਕੇ ਮੈਂ ਜਿਨ੍ਹਾਂ ਦਾ ਨਾਮ ਬੋਲੂਗਾ ਤੁਰੰਤ ਹੀ ਘੱਟ ਸਮੇਂ ਦੇ ਵਿੱਚ ਇੱਥੇ ਪਹੁੰਚ ਕੇ ਆਪਣਾ ਸਰਟੀਫਿਕੇਟ ਲੈ ਲੈਣ। ਕੁਲਵੰਤ ਕੌਰ, ਅਰਸ਼ਦੀਪ ਕੌਰ, ਜਸਪ੍ਰੀਤ ਕੌਰ। ਇਹਨਾਂ ਸਮਾਗਮਾਂ ਦੌਰਾਨ ਟਰਸਟ ਵੱਲੋਂ ਚਲਾਏ ਜਾ ਰਹੇ ਮੁਫਤ ਸਿਲਾਈ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਗੀਤਾ ਕੌਰ, ਕੇਵਲ ਕ੍ਰਿਸ਼ਨ ਕੌਰ, ਲਖਵਿੰਦਰ ਸਿੰਘ, ਪੂਜਾ ਕੌਰ, ਠੀਕ ਹੈ ਜੀ, ਕੁਲਦੀਪ ਸਿੰਘ, ਪੂਜਾ ਕੌਰ ਪਤਨੀ ਕੁਲਦੀਪ ਸਿੰਘ, ਪ੍ਰਭਪ੍ਰੀਤ ਕੌਰ ਪਤਨੀ ਕ੍ਰਿਸ਼ਨ ਸਿੰਘ, ਗੁਰਮੀਤ ਕੌਰ ਪੁੱਤਰੀ ਕੁਲਦੀਪ ਸਿੰਘ। ਕਿਤੇ ਗਲਤ ਲਿਖਿਆ ਗਿਆ ਸ਼ਬਦ ਉਹ ਚੇਂਜ ਕਰਾ ਲੈ। ਲਵਪ੍ਰੀਤ, ਕਰਨ ਦੇਵੀ, ਸ੍ਰੀ ਦਇਆ ਸ਼ੰਕਰ, ਸਰਬਜੀਤ ਕੌਰ, ਮਨਜਿੰਦਰ ਸਿੰਘ, ਪਤਨੀ ਰਾਜਵਿੰਦਰ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਕੌਰ, ਕਿਰਨਦੀਪ ਕੌਰ ਪੁੱਤਰੀ ਗੁਰਮੇਲ ਸਿੰਘ। ਇੱਕ ਸਰਟੀਫਿਕੇਟ ਰਹਿ ਗਿਆ ਸਰਬਜੀਤ ਕੌਰ ਦਾ, ਉਹ ਬਾਅਦ ਵਿੱਚ ਲੈਣਗੇ।